ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਪਿਛਲੇ 10 ਦਿਨ 12 ਦਿਨ ਪਹਿਲਾਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜੀਵਨੀ ਤੇ ਸ਼ਹਾਦਤ ਬਾਰੇ ਕੁਝ ਗੱਲਾਂ ਸੁਣੀਆਂ ਸਨ ਵੀਰ ਵਰਿੰਦਰਪਾਲ ਸਿੰਘ ਜੀ ਪਾਸੋਂ, ਕਿਉਂਕਿ ਹਾਲੇ ਬਹੁਤ ਸਾਰਾ ਪੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਸਾਂਝਾ ਕਰਨ ਵਾਲਾ ਬਾਕੀ ਸੀ, ਔਰ ਸ਼ਹੀਦੀ ਦੀ ਗੱਲ ਤਾਂ ਹਲੇ ਅਸੀਂ ਛੂਈ ਵੀ ਨਹੀਂ ਸੀ। ਤੋ ਅੱਜ ਵਰਿੰਦਰਪਾਲ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਜੋ ਆਪ ਜੀ ਨੇ ਜੀਵਨ ਦਾ ਪਹਿਲਾ ਪੱਖ ਦੱਸਿਆ, ਉਸ ਤੋਂ ਅਗਲਾ ਔਰ ਸਤਿਗੁਰੂ ਜੀ ਦੀ ਔਰ ਸਤਿਗੁਰੂ ਦੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰੋ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਅੱਜ ਦਾ ਵਿਸ਼ਾ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾਰੇ ਹੀ ਵੀਰਾਂ ਭੈਣਾਂ ਨੂੰ ਸਤਿਗੁਰੂ ਦੀ ਪਾਵਨ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਤਸੰਗੀਓ, ਰੋਜ਼ ਦੀ ਗੁਰਮਤਿ ਕਲਾਸ ਵਿੱਚ ਵੱਖ-ਵੱਖ ਵਿਸ਼ੇ ਦੇ ਉੱਪਰ ਆਪ ਜੀ ਬਹੁਤ ਸੋਹਣੇ ਵਿਦਵਾਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ, ਗੁਰਬਾਣੀ ਵਿਚਾਰ, ਇਤਿਹਾਸਕ ਪੱਖ ਸਰਵਣ ਕਰਦੇ ਹੋ। ਆਪ ਜੀ ਦੀ ਜਾਣਕਾਰੀ 'ਚ ਵਾਧਾ ਹੁੰਦਾ ਹੈ। ਮੈਨੂੰ ਉਮੀਦ ਹੈ ਜੋ ਜਾਣਕਾਰੀ ਆਪ ਨੂੰ ਮਿਲਦੀ ਹੈ, ਇਸ ਦੀ ਖੁਦ ਪੜਚੋਲ ਕਰਕੇ ਅੱਗੇ ਸੰਗਤਾਂ ਤੱਕ, ਦੋਸਤਾਂ ਮਿੱਤਰਾਂ ਤੱਕ ਪਹੁੰਚਾਉਣ ਦਾ ਉਪਰਾਲਾ ਜ਼ਰੂਰ ਕਰੋਗੇ ਤੇ ਮੈਂ ਆਪ ਦਾ ਸਭ ਦਾ ਧੰਨਵਾਦੀ ਹੋਵਾਂਗਾ। ਸਿੱਖ ਮਿਸ਼ਨਰੀ ਕਾਲਜ ਦੇ ਇਸ ਪਲੇਟਫਾਰਮ ਤੇ ਪੂਰਨ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਖੋਜ ਭਰਪੂਰ ਗੁਰਮਤਿ ਵਿਚਾਰ, ਇਤਿਹਾਸ ਤੁਹਾਡੇ ਸਾਹਮਣੇ ਰੱਖਿਆ ਜਾਵੇ। ਇਹਦਾ ਫੈਸਲਾ ਕਦੀ ਵੀ ਇਹ ਦਾਅਵਾ ਨਹੀਂ ਕੀਤਾ ਜਾਂਦਾ ਕਿ ਪੂਰਨ ਖੋਜ ਅਸੀਂ ਕਰ ਚੁੱਕੇ ਹਾਂ। ਖੋਜਾਂ ਅੱਗੇ ਜਾਰੀ ਰਹਿੰਦੀਆਂ ਹਨ ਤੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਨਵੇਂ ਪੱਖ ਆਉਂਦੇ ਰਹਿੰਦੇ ਹਨ, ਜੋ ਕਿ ਪ੍ਰਚਾਰਕ ਇਸ ਸਮੇਂ ਦੌਰਾਨ ਦਾਸ ਦੇ ਸਾਹਮਣੇ ਆਈਆਂ ਹਨ। ਸੋ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ, ਜਗਤ ਦੀ ਚਾਦਰ, ਮਨੁੱਖਤਾ ਦੇ ਇੱਜ਼ਤ ਮਾਣ ਨੂੰ ਢੱਕਣ ਵਾਲੇ, ਉਹਨਾਂ ਦੀ ਜ਼ਮੀਰ ਨੂੰ ਜਗਾਉਣ ਵਾਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ 9ਵੇਂ ਜਾਮੇ ਤੇ ਵਿਚਾਰਾਂ ਆਪਾਂ ਪਿਛਲੇ ਐਪੀਸੋਡ ਦੇ ਅੰਦਰ ਅਸੀਂ ਕੀਤੀਆਂ। ਅੱਜ ਦੇ ਵਿਚਾਰ ਨੂੰ ਸਮਝਣ ਤੋਂ ਪਹਿਲਾਂ ਇਹ ਗੱਲ ਮੈਂ ਸਮਝਣਾ ਬਹੁਤ ਜ਼ਰੂਰੀ ਸਮਝਣੀ ਹੈ। ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵ ਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜੋ ਆਪਣੇ ਜੀਵਨ ਕਾਲ ਨਿਰੰਕਾਰੀ ਜੋਤ ਨੇ ਸੰਸਾਰ ਦੇ ਸਾਹਮਣੇ ਰੱਖਿਆ, ਉਸ ਦੀ ਬੁਨਿਆਦ ਜਿਹੜੀ ਹੈ ਉਹ ਬੜੀ ਤਾਕਤਵਰ ਅਡੋਲ ਪਰਮਾਤਮਾ ਦੇ ਸੱਚ ਦੀ ਵਿਚਾਰਧਾਰਾ ਦੀ ਨੀਂਹ ਨੂੰ ਇੰਨੀ ਮਜ਼ਬੂਤ ਰੱਖਿਆ ਹੈ। ਅੱਜ ਤੱਕ ਸੰਸਾਰ ਦੇ ਚਤਰ ਚਲਾਕ ਲੋਕ ਉਸ ਨੀਂਹ ਨੂੰ ਪੱਟਣ ਵਿੱਚ ਜਾਂ ਉਹਨੂੰ ਸਮਾਪਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਸਮੇਂ ਸਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਵਿਚਾਰਧਾਰਾ ਉੱਭਰ ਕੇ ਸਾਹਮਣੇ ਆਉਂਦੀ ਹੈ। ਸੋ ਇਸ ਸਾਰੀ ਵਿਚਾਰਧਾਰਾ ਨੂੰ ਤਾਕਤ ਗੁਰਬਾਣੀ ਦੀ ਇਸ ਵਿਚਾਰਧਾਰਾ ਤੋਂ ਖੂਬਸੂਰਤੀ ਦੇ ਨਾਲ ਮਿਲਦੀ ਹੈ। ਜੋ ਜਨ ਲੂਝ ਹੈ ਮਨੈ ਸਿਉ, ਸੇ ਸੂਰੇ ਪ੍ਰਧਾਨਾ, ਹਰ ਸਿੱਤੀ ਸਦਾ ਮਿਲ ਰਹੇ, ਜਿਨੀ ਆਪ ਪਛਾਨਾ, ਗਿਆਨੀਆਂ ਕਾ ਇਹ ਮਹਤ ਹੈ, ਮਨ ਮਾਹੀ ਸਮਾਨਾ, ਹਰ ਜਿਉ ਕਾ ਮਹਿਲ ਪਾਇਆ, ਸਚ ਲਾਏ ਧਿਆਨਾ,
जिन गुरु प्रसादी मन जीत्या जग तिन्ही जिताना। सारियां शहादतां ते देविक गुणां दे नाल भरपूर गुरसिखां दियां, गुरु ਸਾਹਿਬਾਨਾਂ ਦੀਆਂ, ਅਕਾਲ ਪੁਰਖ ਦੇ ਹਰ ਇੱਕ ਗੁਣ ਤੋਂ ਲਬਰੇਜ਼ ਹੋ ਕੇ ਸੰਸਾਰ ਦੇ ਸਾਹਮਣੇ ਆਈਆਂ ਤੇ ਸੰਸਾਰ ਦੇ ਹਰ ਇੱਕ ਲਿਖਾਰੀ ਨੂੰ ਅਚੰਭਿਤ ਕਰ ਦਿੰਦੀਆਂ ਹਨ। ਜੋ ਸੰਸਾਰ ਦੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ, ਉਹ ਚੀਜ਼ਾਂ ਸਤਿਗੁਰੂ ਪਿਤਾ ਨੇ ਤਿਆਰ ਕਰਕੇ ਸੰਸਾਰ ਦੇ ਸਾਹਮਣੇ ਰੱਖੀਆਂ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿੱਚ ਮੈਂ ਇੱਕ ਜਾਣਕਾਰੀ ਆਪ ਜੀ ਦੇ ਸਾਹਮਣੇ ਰੱਖੀ ਸੀ। ਬੰਜਾਰੇ ਸਿੱਖਾਂ ਦੀ, ਲੁਬਾਣੇ ਵੀਰਾਂ ਦੇ, ਉਹ ਵੀ ਬੰਜਾਰੇ ਸਿੱਖ ਸਨ, ਸਿਕਲੀਗਰ ਸਿੱਖਾਂ ਦੀ, ਉਹ ਵਕਤ ਦੇ 4 ਐਸੇ ਤਾਕਤਵਰ ਵਣਜਾਰੇ ਸਨ ਜਾਂ ਸਿਕਲੀਗਰ ਵੀਰ ਸਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨ ਨੂੰ ਛੋਹ ਕੇ ਉਹਨਾਂ ਦੀ ਵਿਚਾਰਧਾਰਾ ਦੇ ਲੜ ਲੱਗ ਕੇ ਅੱਗੇ ਬਹੁਤ ਸੰਸਾਰ ਦੇ ਅੰਦਰ ਪ੍ਰਚਾਰ ਕੀਤਾ, ਜਿਨ੍ਹਾਂ ਵਿੱਚੋਂ ਭਾਈ ਭਗਵੰਤ ਸਿੰਘ ਬਗੇਸ਼ਵਰੀ, ਭਾਈ ਮੱਖਣ ਸਿੰਘ ਵਣਜਾਰਾ, ਭਾਈ ਲੱਖੀ ਸ਼ਾਹ ਵਣਜਾਰਾ, ਜਿਸਨਾਂ ਨੂੰ ਲੱਖੀ ਰਾਏ ਵਣਜਾਰਾ ਵੀ ਕਿਹਾ ਜਾਂਦਾ, ਭਾਈ ਭਗਵਾਨ ਦਾਸ ਵਣਜਾਰਾ, ਕਿਉਂਕਿ ਇਹਨਾਂ ਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਵਿੱਚ ਇਹਨਾਂ ਸਿੱਖਾਂ ਦਾ ਬੜਾ ਹੀ ਵੱਡਾ ਯੋਗਦਾਨ ਹੈ ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਪ੍ਰਚਾਰਕ ਸਾਰੀਆਂ ਫੇਰੀਆਂ ਵਿੱਚ ਔਰ ਵਿਚਾਰਧਾਰਾ ਨੂੰ ਅੱਗੇ ਪਹੁੰਚਾਉਣ ਵਿੱਚ ਛੋਟਾ ਮੋਟਾ ਰੋਲ ਨਹੀਂ ਹੈ, ਜਿਨ੍ਹਾਂ ਨੇ ਆਪਣਾ ਸਭ ਕੁਝ ਸਰਬੰਸ ਦਾਨ ਕਰਕੇ ਸਾਡੇ ਸਾਹਮਣੇ ਰੱਖਿਆ। ਅਸੀਂ ਇਹ ਪੂਰਨ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ, ਇਹ ਹਸਤੀਆਂ ਮਾਮੂਲੀ ਨਾਮ ਜਾਂ ਸਿਰਫ ਆਪਣੀ ਝੋਪੜੀ ਨੂੰ ਅੱਗ ਲਾਉਣ ਵਾਲੀਆਂ ਨਹੀਂ, ਇਹਨਾਂ ਨੇ ਆਪਣੇ ਪੁਰਾਤਨ ਬਜ਼ੁਰਗਾਂ ਦੀਆਂ ਸਾਰੀਆਂ ਕਮਾਈਆਂ, ਸਾਰਾ ਧਨ ਦੌਲਤ, ਸਾਰੀਆਂ ਤਾਕਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਵਿਚਾਰਧਾਰਾ ਤੋਂ ਕੁਰਬਾਨ ਕੀਤੀਆਂ, ਨਿਛਾਵਰ ਕੀਤੀਆਂ। ਸੋ ਇਹਨਾਂ ਆਪਾਂ ਸਿਰਫ ਸਿੰਪਲ ਤਰੀਕੇ ਨਾਲ ਇਹਨਾਂ ਵੀਰਾਂ ਨੂੰ, ਇਹਨਾਂ ਯੋਧਿਆਂ ਨੂੰ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਸ਼ਹੀਦ ਹੋਏ, ਇਹ ਵੀ ਕੋਈ ਮਾਮੂਲੀ ਬੰਦੇ ਨਹੀਂ ਸਨ ਜਾਂ ਮਾਮੂਲੀ ਆਚਰਣ ਵਾਲੇ ਨਹੀਂ ਸਨ ਜਾਂ ਜੀਵਨ ਦੇ ਵਿੱਚ ਉੱਚੇ ਸੁੱਚੇ ਆਚਰਣ ਦੀ ਘਾਟ ਸੀ। ਇਹਨਾਂ ਵਿੱਚ ਬਹੁਤ ਉੱਚੇ ਸੁੱਚੇ ਆਚਰਣ ਵਾਲੇ ਸਨ, ਜਿਨ੍ਹਾਂ ਦੇ ਸਦਕਾ ਅਡੋਲਤਾ ਜਿਹੜੀ ਹੈ ਗੁਰੂ ਨਾਨਕ ਦੀ ਵਿਚਾਰਧਾਰਾ ਦੀ ਵਕਤ ਜ਼ਾਲਮ ਬਾਦਸ਼ਾਹ ਦੇ ਸਾਹਮਣੇ ਆਉਂਦੀ ਹੈ, ਜਦ ਉਹਦੀ ਰੂਹ ਵੀ ਕੰਮ ਉੱਠਦੀ ਹੈ। ਤੇ ਇਹਨਾਂ ਵਿਚਾਰਾਂ ਨੂੰ ਆਪਾਂ ਸਾਰੇ ਲੜੀਵਾਰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀਆਂ 3 ਸ਼ਹੀਦੀਆਂ ਗ੍ਰਿਫਤਾਰੀਆਂ ਦਾ ਮੈਂ ਜ਼ਿਕਰ ਕੀਤਾ ਹੈ। ਪਹਿਲੀ ਗ੍ਰਿਫਤਾਰੀ ਜਿਹੜੀ ਹੈ ਉਹ ਨਵੰਬਰ ਦੇ ਮਹੀਨੇ 'ਚ 1665 ਵਿੱਚ ਹੁੰਦੀ ਹੈ। ਇਸ ਗ੍ਰਿਫਤਾਰੀ ਦੇ ਵਿੱਚ ਉਹਨਾਂ ਦੇ ਅਨੰਨ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਤੇ ਹੋਰ ਮੋਤਬਰ ਸਿੱਖ, ਤਕਰੀਬਨ ਇਤਿਹਾਸਕ ਪੱਖਾਂ ਦੇ ਸਰੋਤਾਂ ਤੋਂ ਸਾਡੇ ਸਾਹਮਣੇ ਆਉਂਦਾ ਹੈ ਕਿ ਉਹ ਗ੍ਰਿਫਤਾਰ ਹੋਏ। ਤਕਰੀਬਨ 1.25 ਮਹੀਨਾ, 1.5 ਮਹੀਨਾ ਉਹ ਕੈਦ ਵਿੱਚ ਰਹੇ। ਔਰੰਗਜ਼ੇਬ ਦੀ ਬਹੁਤ ਲੰਬੀ ਬਹਿਸ ਤੋਂ ਬਾਅਦ ਉਸ ਟਾਈਮ ਪੁਸ਼ਪਾ ਰਾਣੀ, ਜੋ ਕਿ ਰਾਜਾ ਰਾਮ ਸਿੰਘ ਦੀ ਮਾਤਾ ਹੈ, ਉਹਨਾਂ ਦੇ ਸਹਿਯੋਗ ਨਾਲ, ਕਿਉਂਕਿ ਰਸੂਖ ਸੀ, ਉਹ ਔਰੰਗਜ਼ੇਬ ਬਾਦਸ਼ਾਹ ਦੇ ਸਾਰੀ ਸਲਤਨਤ ਵਿੱਚ ਬਹੁਤ ਵੱਡਾ ਰਸੂਖ ਰੱਖਦੇ ਸਨ ਤੇ ਉਹਨਾਂ ਨੇ ਬਹੁਤ ਸਾਰਾ ਹਿੱਸਾ ਜਿੱਤ ਕੇ ਮੁਗਲ ਸਲਤਨਤ ਵਿੱਚ ਸ਼ਾਮਲ ਕੀਤਾ ਸੀ, ਜਿਸ ਕਰਕੇ ਔਰੰਗਜ਼ੇਬ ਨੂੰ ਉਹਨਾਂ ਦੀ ਗੱਲ ਮੰਨਣੀ ਪਈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਰਿਹਾਈ ਹੋਈ। ਉਸ ਰਿਹਾਈ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਪੂਰਬ ਵਾਲੇ ਪਾਸੇ ਫਿਰ ਤੋਂ ਤੁਰ ਪਏ, ਕਿਉਂਕਿ ਪਹਿਲਾ ਦੌਰਾ ਉਹਨਾਂ ਦਾ ਪੂਰਬ ਦਾ 1600 ਤਕਰੀਬਨ 55 ਤੋਂ ਲੈ ਕੇ 1661 ਤੱਕ ਰਿਹਾ ਔਰ ਵਾਪਸੀ 1663 ਵਿੱਚ ਦਿਲਵਾਲੀ, ਦਿੱਲੀ ਦੇ ਵਿੱਚ ਇੱਕ ਜਗ੍ਹਾ ਹੈ, ਇਸ ਦੀ ਵੀ ਮੈਂ ਸੁਧਾਈ ਕਰਦਾ, ਪਿਛਲੀ ਵਾਰੀ ਨਾਮ ਮੇਰੇ ਕੋਲ ਗਲਤ ਬੋਲਿਆ ਗਿਆ ਸੀ, ਕਲਿਆਣ ਦਾਸ ਦਾ
ਜਿਹੜਾ ਹੈ ਧਰਮਸਾਲ ਸੀ, ਉਹ ਕਿਰਪਾਲ ਚੰਦ ਬੋਲਿਆ ਗਿਆ ਸੀ, ਇਸ ਦੀ ਮੈਂ ਮਾਫੀ ਚਾਹੁੰਦਾ ਹਾਂ, ਸੁਧਾਈ ਕਰ ਲਿੱਤੀ ਜਾਏ, ਕਲਿਆਣ ਦਾਸ ਦੀ ਧਰਮਸਾਲ ਹੈ। ਦੂਜੀ ਗਲਤੀ ਵੀ ਮੇਰੇ ਕੋਲ ਉਸ ਸਾਰੇ ਲੈਕਚਰ ਵਿੱਚ ਹੋਈ, ਕਿਉਂਕਿ ਦੁਬਾਰਾ ਸੁਣਿਆ ਤੇ ਲੱਖੀ ਸ਼ਾਹ ਬੰਜਾਰਾ ਦੇ ਪਰਪੋਤੇ ਜਿਹੜੇ ਸਨ ਉਹ 24 ਸਨ, 27 ਨਹੀਂ ਸਨ। ਇਹਨੂੰ ਵੀ ਸੁਧਾਈ ਕਰ ਦਿੱਤਾ ਜਾਏ, ਕਿਉਂਕਿ ਉਹਨਾਂ ਦੇ 8 ਪੁੱਤਰ, 1 ਧੀ, 17 ਪੋਤਰੇ ਤੇ 24 ਪੜਪੋਤੇ, ਇਹ ਸਾਰੇ ਗੁਰੂ ਘਰ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਲੈ ਕੇ ਜੇ ਮੰਨਿਆ ਜਾਏ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਬਾਬਾ ਬੰਦਾ ਸਿੰਘ ਬਹਾਦਰ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਫੌਜ ਪੂਰਨ ਤੌਰ ਤੇ ਸਿੱਖ ਪੰਥ ਦੀ ਸਾਰੇ ਕਾਰਜ ਵਿੱਚ ਸਹਿਯੋਗ ਕੀਤਾ। ਉਹਨਾਂ ਨੇ ਆਪਣੀਆਂ ਆਹੁਤੀਆਂ ਦਿੱਤੀਆਂ, ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਆਪਣੀ ਸਾਰੀ ਤਾਕਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਵਿਚਾਰਧਾਰਾ ਤੇ ਲਾਈ। ਤੇ ਇਸ ਨੂੰ ਮੈਂ ਫਿਰ ਇਸ ਕਰਕੇ ਜ਼ਿਕਰ ਆਪ ਜੀ ਦੇ ਸਾਹਮਣੇ ਕਰ ਰਿਹਾ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਸਿਕਲੀਗਰ ਵੀਰਾਂ, ਵਣਜਾਰੇ ਵੀਰਾਂ, ਆਪਣਾ ਮੱਖਣ ਸ਼ਾਹ ਲੁਬਾਣਾ ਜੀ ਦੇ ਪਰਿਵਾਰ ਤੇ ਭਗਵਾਨ ਦਾਸ ਜੀ ਦੇ ਪਰਿਵਾਰ ਤੋਂ ਬਿਨਾਂ ਇਹ ਸਮਝ ਵਿੱਚ ਨਹੀਂ ਆ ਸਕੇਗੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਸ ਪਹਿਲੀ ਗ੍ਰਿਫਤਾਰੀ, ਜੋ ਕਿ ਇਤਿਹਾਸ ਵਿੱਚ ਦਰਜ ਹੈ, ਨਵੰਬਰ ਦੇ ਮਹੀਨੇ ਵਿੱਚ ਹੁੰਦੀ ਹੈ 1665 ਵਿੱਚ, ਔਰ ਇਸ ਗ੍ਰਿਫਤਾਰੀ ਨੂੰ ਮੰਨਿਆ ਜਾਂਦਾ ਹੈ ਕਿ ਇਹ ਗ੍ਰਿਫਤਾਰੀ ਜਿਹੜੀ ਹੈ ਇਸ ਦੇ ਵਿੱਚ ਸਹਿਯੋਗ ਪੁਸ਼ਪਾ ਰਾਣੀ ਨੇ ਆਪਣਾ ਕਰਕੇ ਉਹਨਾਂ ਦੀ ਰਿਹਾਈ ਕਰਾਈ। ਉਸ ਤੋਂ ਬਾਅਦ ਉਹ ਪੂਰਬ ਵਾਲੇ ਪਾਸੇ ਫਿਰ ਤੋਂ ਪ੍ਰਚਾਰ ਲਈ ਤੁਰ ਪਏ। ਕਦੀ ਵੀ ਡਰੇ ਨਹੀਂ, ਕਦੀ ਡਰਾਇਆ ਨਹੀਂ, ਔਰ ਬੇਖੌਫ ਹੋ ਕੇ ਫਿਰ ਤੋਂ ਤੁਰ ਪਏ। ਭਾਵੇਂ ਕਿ ਔਰੰਗਜ਼ੇਬ ਨੇ ਬੜੀ ਕੋਸ਼ਿਸ਼ ਕੀਤੀ ਆਪਣੀ ਮੀਟਿੰਗ ਦੇ ਦੌਰਾਨ, ਉਸ ਟਾਈਮ ਦੌਰਾਨ ਅਖਬਾਰੇ ਦਰਬਾਰੇ ਮੌਲਾ ਦੀ ਲਿਖਤਾਂ ਦੇ ਹਿਸਾਬ ਨਾਲ ਤਕਰੀਬਨ 3 ਤੇ 4 ਮੀਟਿੰਗਾਂ ਹੋਈਆਂ, ਜਿਸ ਵਿੱਚ ਮੁਸਲਮਾਨੀਅਤ ਹੀ ਸ਼ਾਮਲ ਕਰਕੇ ਆਪਣੇ ਧਰਮ ਦੀ, ਆਪਣੇ ਰਾਜ ਦੀ ਵਧਾਉਣ ਵਾਸਤੇ 2 ਗੱਲਾਂ ਸਾਹਮਣੇ ਰਹਿੰਦੀਆਂ ਸਨ। ਇੱਕ ਸਲਤਨਤ ਨੂੰ ਵਧਾਇਆ ਜਾਏ ਤੇ ਦੂਸਰਾ ਉਹਨਾਂ ਦੇ ਧਰਮ ਦੇ ਉੱਪਰ ਚਲਿਆ ਜਾਏ। ਦੋਨੋਂ ਚੀਜ਼ਾਂ ਤੋਂ ਸਤਿਗੁਰ ਨੇ ਇਨਕਾਰੀ ਹੋਏ, ਕਿਉਂਕਿ ਸਤਿਗੁਰ ਜੀ ਕਿਸੇ ਤੇ ਜ਼ੁਲਮ ਕਰਨ ਵਾਲਾ ਰਾਜ ਨਹੀਂ ਚਾਹੁੰਦੇ ਸਨ, ਔਰ ਨਾ ਹੀ ਕਿਸੇ ਤੇ ਜ਼ੁਲਮ ਕਰਕੇ ਕਿਸੇ ਵਿਚਾਰਧਾਰਾ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿੰਦੇ ਸਨ। ਮਨੁੱਖੀ ਵਿਚਾਰ ਨੂੰ ਆਜ਼ਾਦਾਨਾ ਤੌਰ ਤੇ ਕਿਸੇ ਵੀ ਧਰਮ, ਕਿਸੇ ਵਿਚਾਰ ਨੂੰ ਮੰਨਣ ਦਾ ਹੱਕ ਸਾਰਿਆਂ ਨੂੰ ਹੈ। ਇਸ ਵਿਚਾਰਧਾਰਾ ਨੂੰ ਅੱਜ ਭਾਵੇਂ ਕਿ ਸੰਸਾਰ ਦੇ ਲੋਕ ਕਹਿੰਦੇ ਹਨ, ਲੇਕਿਨ ਉਸ ਨੂੰ ਪੂਰਾ ਨਹੀਂ ਕਰਦੇ ਹਨ। ਆਪਣੀਆਂ ਨਿੱਜੀ ਖਾਹਿਸ਼ਾਂ ਕਰਕੇ ਅਨੇਕਾਂ ਧਰਮ ਦੇ ਲੋਕ, ਵਿਚਾਰਧਾਰਾ ਦੇ ਲੋਕ, ਜਾਤਾਂ ਦੇ ਲੋਕ ਇੱਕ ਦੂਜੇ ਤੇ ਜ਼ੁਲਮ ਕਰਦੇ ਚਲੇ ਜਾ ਰਹੇ ਹਨ, ਔਰ ਇਹ ਅੱਜ ਵੀ ਬਦਸਤੂਰ ਜਾਰੀ ਹੈ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਸਿੱਖਾਂ ਦੇ ਨਾਲ ਹਰਿਦੁਆਰ ਵਾਲੇ ਪਾਸੇ ਹੁੰਦੇ ਹੋਏ, ਬਰੇਲੀ, ਕਾਨਪੁਰ, ਇਹਨਾਂ ਇਲਾਕਿਆਂ ਵਿੱਚ ਪ੍ਰਚਾਰ ਕਰਦੇ ਹੋਏ ਜਦ ਪੂਰਬ ਵਾਲੇ ਪਾਸੇ ਪਹੁੰਚਦੇ ਹਨ ਤੇ ਕਮਾਲ ਦਾ ਪ੍ਰਚਾਰ ਦਾ ਉਹਨਾਂ ਦਾ ਸਿਸਟਮ ਸੀ। ਉਸ ਸਿਸਟਮ ਨੂੰ ਜਦ ਅਸੀਂ ਇੰਦੂ ਭੂਸ਼ਣ ਬੈਨਰਜੀ ਤੇ ਹੋਰ ਲਿਖਤਾਂ ਦੇ ਵਿੱਚੋਂ ਦੇਖਦੇ ਹਾਂ ਤੇ ਉਹਦਾ ਵਿੱਚੋਂ ਦੇਖਣ ਦਾ ਸਾਨੂੰ ਇੱਕ ਖੂਬਸੂਰਤ ਨਜ਼ਰੀਆ ਮਿਲਦਾ ਹੈ ਕਿ ਉਹ ਸਿਰਫ ਜਿਹੜਾ 1000-1500 ਦਾ ਕਾਫਲਾ, ਕਿਉਂਕਿ 500 ਘੋੜਸਵਾਰ ਗੁਰੂ ਰਾਏ ਜੀ ਦੇ ਸਮੇਂ ਦੇ ਦਿੱਤੇ ਸਨ, ਉਹ ਵੱਧ ਕੇ 2200 ਘੋੜਸਵਾਰਾਂ ਦਾ ਕਾਫਲਾ ਸੀ। ਉਹ 100-100, 200-200 ਦੇ ਟੋਲਿਆਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਫੈਲ ਜਾਂਦੇ ਸਨ, ਔਰ ਇੱਕ ਨਿਸ਼ਾਨਾ ਮਿਥਿਆ ਜਾਂਦਾ ਸੀ ਕਿ ਇੰਨੇ ਮੀਲ ਤੋਂ ਬਾਅਦ ਸਾਰੇ ਕਾਫਲੇ ਇਕੱਠੇ ਹੋਣਗੇ ਤੇ ਸਾਰੇ ਕਾਫਲੇ ਆਪਣੀ ਆਪਣੀ ਵਰਕਿੰਗ ਨੂੰ ਸਾਰਿਆਂ ਦੇ ਸਾਹਮਣੇ ਰੱਖਣਗੇ। ਅੱਜ ਸਾਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ, ਵਿਚਾਰ ਕਰਨੀ ਚਾਹੀਦੀ, ਆਪਣੇ ਆਪਣੇ ਤਜਰਬੇ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ। ਉਹ ਸਾਰੇ ਗੁਰੂ ਤੇਗ ਬਹਾਦਰ ਪਾਤਸ਼ਾਹ, ਕਿਉਂਕਿ ਗੁਰਗੱਦੀ ਤੇ ਬਿਰਾਜਮਾਨ ਹੋ ਚੁੱਕੇ ਸਨ, ਉਹਨਾਂ ਦੇ ਸਾਹਮਣੇ ਰੱਖਦੇ ਸਨ ਤੇ ਫਿਰ ਅਗਲੀ ਵਿਉਂਤਬੰਦੀ ਬਣਾਉਣ ਵਾਸਤੇ ਅਗਲੇ ਉਸ ਤੋਂ ਜਿਹੜਾ ਹੈ ਪ੍ਰਚਾਰਕ ਸਿਸਟਮ ਨੂੰ ਵੱਖ-ਵੱਖ ਕਾਫਲਿਆਂ 'ਚ ਤਬਦੀਲ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਕਰਦੇ ਕਰਦੇ ਉਹ ਅਸਾਮ ਤੱਕ ਪਹੁੰਚੇ, ਢਾਕੇ ਤੱਕ ਪਹੁੰਚੇ,
ਇਹਦੇ ਪ੍ਰਮਾਣ ਅਸੀਂ ਉਹਨਾਂ ਇਲਾਕਿਆਂ 'ਚ ਜੇ ਘੁੰਮੀਏ ਤੇ ਸਾਨੂੰ ਬੜਾ ਖੂਬਸੂਰਤ ਮਿਲਦਾ। ਪਿਛਲੀ ਵਾਰੀ ਵੀ ਮੈਂ ਆਪ ਜੀ ਨੂੰ ਦੱਸਿਆ ਸੀ ਕਿ ਸਾਸਾਰਾਮ ਵਿੱਚ ਚਾਚਾ ਫੱਗੂਮਲ ਨਾਂ ਦੇ ਮਸ਼ਹੂਰ ਪ੍ਰਚਾਰਕ ਜਿਹੜੇ ਪਿਛਲੇ ਗੁਰੂ ਸਾਹਿਬਾਨਾਂ ਵੱਲੋਂ ਭੇਜੇ ਗਏ ਸਨ ਪੰਜਾਬ ਤੋਂ, ਉਹਨਾਂ ਦਾ ਬੜਾ ਹੀ ਰੁਤਬਾ ਸੀ ਤੇ ਉਹਨਾਂ ਦੀ ਚਾਹਤ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਹਨ ਉਹ ਦਰਸ਼ਨ ਦੇਣ ਆਣ ਤੇ ਘੋੜੇ ਤੇ ਚੜ ਕੇ ਮੇਰੇ ਘਰ ਦੇ ਵਿੱਚ ਅੰਦਰ ਆਣ ਤੇ ਉਸ ਦੇ ਲਈ ਦਰਵਾਜ਼ਾ ਉੱਚਾ ਬਣਾਇਆ ਸੀ, ਘੋੜੇ ਸਮੇਤ ਉਹ ਅੰਦਰ ਆ ਸਕਣ। ਤੇ ਦੂਸਰਾ ਉਹ ਘੋੜਾ ਸੀ ਜਿਹੜਾ ਸੈਫ ਖਾਨ ਨੇ ਜੋ ਅਕਬਰ ਦਾ ਭਤੀਜਾ ਰਿਸ਼ਤੇ ਵਿੱਚ ਲੱਗਦਾ ਸੀ, ਉਸਨੇ ਭੇਟ ਕੀਤਾ ਸੀ, ਦਰਸ਼ਨ ਭੇਟਾ ਦਿੱਤੀ ਸੀ। ਉਸ ਘੋੜੇ ਨੂੰ ਬਨਾਰਸ ਤੱਕ ਉਹ ਲੈ ਕੇ ਸਾਸਾਰਾਮ ਤੱਕ ਆਏ। ਉਹ ਘੋੜਾ ਰਾਸਤੇ ਵਿੱਚ ਚੜ੍ਹਾਈ ਕਰ ਜਾਂਦਾ ਹੈ ਸਾਸਾਰਾਮ ਤੋਂ ਬਾਅਦ, ਤੇ ਫਿਰ ਦੂਸਰੇ ਘੋੜੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਸਵਾਰੀ ਸ਼ੁਰੂ ਕਰਦੇ ਹਨ। ਸੋ ਇਹ ਜਾਣਕਾਰੀ ਵੀ ਸਾਡੇ ਲਈ ਹੋਣੀ ਚਾਹੀਦੀ ਕਿ ਉਹਨਾਂ ਇਲਾਕਿਆਂ ਵਿੱਚ ਪ੍ਰਚਾਰ ਦੇ ਢੰਗ ਨੂੰ ਬੜਾ ਖੂਬਸੂਰਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵਰਤਿਆ। ਔਰ ਉਹਨਾਂ ਅਸਥਾਨਾਂ ਦਾ ਜਾ ਕੇ ਦੇਖੀਏ, ਅੱਜ ਵੀ ਨਿਸ਼ਾਨੀਆਂ, ਖੰਡਰ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਾਂ ਦਾ ਉੱਥੇ ਨਾ ਹੋਣ ਕਰਕੇ ਖੰਡਰਾਂ ਵਿੱਚ ਤਬਦੀਲ ਹੋ ਚੁੱਕੀਆਂ ਨਿਸ਼ਾਨੀਆਂ ਹਨ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਜਦ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਰਾਜਾ ਰਾਮ ਸਿੰਘ, ਪੁਸ਼ਪਾ ਰਾਣੀ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਛੁਡਾਉਣ ਵਿੱਚ ਸਹਿਯੋਗ ਕੀਤਾ ਹੈ ਤੇ ਉਹਦੇ ਅੰਦਰ ਇੱਕ ਰੜਕ ਸੀ ਔਰ ਉਸ ਗੁੱਸੇ ਵਿੱਚ ਉਸਨੇ ਰਾਜਾ ਰਾਮ ਸਿੰਘ ਨੂੰ ਅਸਾਮ ਵਾਲੇ ਪਾਸੇ ਭੇਜਤਾ ਕਿ ਓਹੀਮਾ ਕਬੀਲੇ ਦੇ ਰਾਜੇ ਨੇ ਜਿਹੜਾ ਹੈ ਉਹ ਬਾਗੀ ਹੋ ਗਿਆ ਹੈ, ਇੱਕ ਤੇ ਲੜਾਈ ਕਰਨ ਜਾਏਗਾ, ਜੇ ਤੇ ਜਿੱਤ ਗਿਆ ਤੇ ਮੁਗਲ ਸਲਤਨਤ ਅੱਗੇ ਵਧੇਗੀ, ਨਹੀਂ ਤੇ ਮਾਰਿਆ ਜਾਏਗਾ। ਇਸ ਰਾਜਨੀਤਿਕ ਚਾਲਾਂ ਹੁੰਦੀਆਂ ਸਨ। ਇਹਨਾਂ ਰਾਜਨੀਤਿਕ ਚਾਲਾਂ ਨੂੰ ਅੱਜ ਵੀ ਅਸੀਂ ਬਾਰੀਕੀ ਨਾਲ ਨਾ ਦੇਖਣ ਕਰਕੇ, ਗੁਰਬਾਣੀ ਦੀ ਨਜ਼ਰ ਨਾ ਹੋਣ ਕਰਕੇ ਅੱਜ ਵੀ ਅਸੀਂ ਸਮਝ ਨਹੀਂ ਪਾਉਂਦੇ ਹਾਂ। ਰਾਜਨੀਤਿਕ ਚਾਲਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਸਮਝਣ ਵਾਸਤੇ ਬਹੁਤ ਸਾਰੇ ਪ੍ਰਮਾਣ ਸਾਡੇ ਸਾਹਮਣੇ ਰੱਖੇ ਨੇ ਔਰ ਇਹ ਵੀ ਸਮਝਾਇਆ ਹੈ, ਰਾਜੇ ਸੀਮ ਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਇਹ ਪੱਖ ਸਮਝਣ ਦੀ ਲੋੜ ਹੈ, ਬੜਾ ਵਿਸ਼ਾਲ ਪੱਖ ਹੈ। ਇਸ ਤਰ੍ਹਾਂ ਦੇ ਹੋਰ ਵੀ ਕਈ ਪ੍ਰਮਾਣ ਸਤਿਗੁਰੂ ਨੇ ਬਾਬਰ ਦੇ ਆਉਣ ਤੋਂ ਪਹਿਲਾਂ ਜਿਹੜੇ ਸ਼ਬਦ ਦੋ ਉਚਾਰਨ ਕੀਤੇ, ਉਸ ਤੋਂ ਬਾਅਦ ਜਿਹੜੇ ਦੋ ਉਚਾਰਨ ਕੀਤੇ, ਉਹਨਾਂ ਵਿੱਚ ਡਿਟੇਲ ਵਿੱਚ ਹੈ ਤੇ ਉਹ ਇੱਕ ਵੱਖ ਵਿਸ਼ਾ ਹੈ ਵਿਚਾਰਨ ਦਾ। ਉੱਥੋਂ ਜੀ ਉਹ ਧੁਬੜੀ ਸਾਹਿਬ ਦਾ ਵੀ ਜ਼ਿਕਰ ਆਪਦੇ ਸਾਹਮਣੇ ਕੀਤਾ ਹੈ, ਕਿਉਂਕਿ ਇਹ ਦੁਬਾਰਾ ਇਸ ਕਰਕੇ ਕਰਨ ਦੀ ਲੋੜ ਹੈ ਕਿ ਇਹਨਾਂ ਪੱਖਾਂ ਨੂੰ ਸਮਝਣ ਦੀ ਲੋੜ ਹੈ ਔਰ ਬਾਰ-ਬਾਰ ਪੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਇਸ ਸ਼ਹੀਦੀ ਦੇ ਬਹੁਤ ਸਾਰੇ ਨੁਕਤੇ ਹਨ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸਿਰਫ ਕਸ਼ਮੀਰੀ ਪੰਡਤਾਂ ਤੱਕ ਸੀਮਤ ਨਹੀਂ ਸੀ, ਜੋ ਉਹਨਾਂ ਦਾ ਪ੍ਰਚਾਰਕ ਢੰਗ ਸੀ, ਜੋ ਜਨਤਾ ਵਿੱਚ ਇਨਕਲਾਬ ਲਿਆਉਣ ਦਾ ਉਹਨਾਂ ਦਾ ਤਰੀਕਾ ਸੀ। ਇਨ ਬਿਨ ਗੁਰੂ ਨਾਨਕ ਸਾਹਿਬ ਵਾਲਾ, ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਅਨੁਸਾਰ ਸੀ, ਉਸ ਨੂੰ ਉਹਨਾਂ ਨੇ ਅਪਣਾਇਆ ਤੇ ਲੋਕਾਂ ਵਿੱਚ ਇੱਕ ਜਾਗਰਤੀ ਪੈਦਾ ਕੀਤੀ, ਕਮਜ਼ੋਰਾਂ ਦੇ ਵਿੱਚ, ਲਤਾੜੇ ਲੋਕਾਂ ਵਿੱਚ ਜ਼ੁਰਤ ਪੈਦਾ ਕਰ ਦਿੱਤੀ ਕਿ ਉਹ ਇੱਕ ਨਵਾਬ ਦੇ ਅੱਗੇ, ਰਾਜੇ ਦੇ ਅੱਗੇ ਖੜੇ ਹੋ ਜਾਂਦੇ ਸਨ ਔਰ ਉਹਨਾਂ ਨੂੰ ਇਹ ਸਮਝ ਆ ਜਾਂਦੀ ਸੀ ਕਿ ਜਿਸ ਨੇ ਮਨ ਜਿੱਤਿਆ ਹੈ ਉਹ ਜਗਤ ਵਿੱਚ ਜਿੱਤਦਾ ਹੈ। ਜਿਹੜਾ ਬਾਣੀ ਚ ਆਪ ਜੀ ਨੇ ਮੈਂ ਵਿਚਾਰ ਵਾਸਤੇ ਰੱਖਿਆ, ਜੋ ਜਨ ਲੂਝੈ ਮਨੇ ਸਿਓ ਸੇ ਸੂਰੇ ਪ੍ਰਧਾਨ। ਸੂਰਾ ਔਰ ਪ੍ਰਧਾਨ ਉਹੀ ਹੈ ਜਿਹੜਾ ਗੁਰਬਾਣੀ ਰਾਹੀਂ ਮਨ ਤੇ ਜਿੱਤ ਪਾਉਂਦਾ ਹੈ, ਗੁਰੂ ਦੇ ਆਸਰੇ ਵਿੱਚ, ਗੁਰੂ ਦੇ ਉਪਦੇਸ਼ਾਂ ਵਿੱਚ ਜਿੱਤ ਨੂੰ ਪਾਉਂਦਾ ਹੈ, ਉਹੀ ਸਮਝ ਪਾਉਂਦਾ ਹੈ। ਫਿਰ ਉੱਥੇ ਢਾਕੇ ਦੇ ਵਿੱਚ ਢਾਕੇ ਦੀਆਂ ਸੰਗਤਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਬਾਲ ਗੋਬਿੰਦ ਰਾਏ ਦਾ, ਕਿਉਂਕਿ ਪਟਨਾ ਸਾਹਿਬ ਵਿੱਚ ਪਰਿਵਾਰ ਨੂੰ ਛੱਡ ਕੇ ਉਹ ਅੱਗੇ ਕਾਫਲਾ ਤੋਰ ਲੈਂਦੇ ਹਨ ਤੇ ਫਿਰ ਇਹ ਸਾਰੇ ਸਮਝੌਤੇ ਦਾ ਸੀਨ ਆਉਂਦਾ ਹੈ। ਇਹ ਵੀ ਬਹੁਤ ਲੰਬਾ ਚੌੜਾ ਸੀਨ ਹੈ, ਇਸ ਨੂੰ ਵੀ ਕਿਸੇ ਟਾਈਮ ਫਿਰ ਖੁੱਲੇ ਵਿਚਾਰਾਂ ਵਿੱਚ ਆਪਾਂ ਲਵਾਂਗੇ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਢਾਕੇ ਵਿੱਚ ਇਸੇ ਤਰ੍ਹਾਂ ਦਾ ਪ੍ਰਚਾਰ ਉਹਨਾਂ ਨੇ ਆਲੇ ਦੁਆਲੇ ਢਾਕਾ, ਮੇਘਾਲੇ, ਨਾਗਾਲੈਂਡ ਔਰ ਇਹਨਾਂ ਇਲਾਕਿਆਂ ਵਿੱਚ ਬੜਾ ਖੂਬਸੂਰਤ ਕਾਫਲਿਆਂ ਵਿੱਚ ਪ੍ਰਚਾਰ ਕੀਤਾ ਔਰ ਇਹਨਾਂ ਪ੍ਰਚਾਰਕ ਦੌਰਿਆਂ ਵਿੱਚ ਹਰ ਇੱਕ ਸਿੱਖ ਦਾ ਬੜਾ
ਗੁਰੂ ਨਾਲ ਤੁਰ ਪਏ ਸਨ ਕਿ ਚਲੋ ਗੁਰੂ ਨਾਲ ਤੁਰਾਂਗੇ, ਲੰਗਰ ਮਿਲ ਜਾਏਗਾ, ਜਾਂ ਰਹਿਣ ਨੂੰ ਸੌਣ ਨੂੰ ਥਾਂ ਮਿਲ ਜਾਏਗੀ, ਜਾਂ ਚਲੋ ਬਾਲਟੀਆਂ ਅਸੀਂ ਕੁਝ ਸੇਵਾ ਕਰ ਲਾਂਗੇ ਤੇ ਸਾਡੇ ਸਾਧਨ ਲੰਗਰ ਪ੍ਰਸ਼ਾਦੇ ਛਕਣ ਦੇ ਹੋ ਜਾਣਗੇ ਜਾਂ ਕੱਪੜੇ ਲੱਤੇ ਦੇ ਹੋ ਜਾਣਗੇ। ਕੋਈ ਸਿੱਖ ਸਿਰਫ ਲੰਗਰ ਛਕਣ ਜਾਂ ਕੱਪੜੇ ਪ੍ਰਬੰਧ ਜਾਂ ਆਸਰੇ ਦੇ ਲਈ ਗੁਰੂ ਘਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਨਹੀਂ ਹੁੰਦਾ। ਉਹ ਆਪਣਾ ਆਪਾ ਵਾਰ ਦਿੰਦਾ ਸੀ। ਉਹ ਆਪਣਾ ਜੀਵਨ ਦਾ ਹਰ ਇੱਕ ਪਲ, ਹਰ ਇੱਕ ਸਮਾਂ, ਹਰ ਇੱਕ ਸਵਾਸ ਗੁਰੂ ਨੂੰ ਅਰਪਿਤ ਕਰ ਦਿੰਦਾ ਸੀ। ਔਰ ਲੰਗਰ ਛਕਣ ਦੇ ਨਾਲ ਗੁਰੂ ਦੇ ਉਪਦੇਸ਼ਾਂ ਤੇ ਚੱਲਣ ਲਈ ਪ੍ਰਚਾਰ, ਲੋਕਾਂ ਵਿੱਚ ਦ੍ਰਿੜਤਾ, ਲੋਕਾਂ ਵਿੱਚ ਹੱਥੀਂ ਜਾ ਕੇ ਸੇਵਾ, ਲੋਕਾਂ ਵਿੱਚ ਬਿਮਾਰੀਆਂ ਦੇ ਵਿੱਚ ਫਸੇ ਹੋਏ ਬਿਮਾਰਾਂ ਨੂੰ ਠੀਕ ਕਰਨ ਦੀ ਸੇਵਾ, ਇਹ ਹੱਥੀਂ ਗੁਰਸਿੱਖ ਕਰਦੇ ਸਨ। ਉਹਨਾਂ ਕਾਫਲਿਆਂ ਦੇ ਕਾਰਜ ਹੁੰਦੇ ਸਨ। ਔਰ ਇਸ ਪ੍ਰੇਮ ਔਰ ਸ਼ਰਧਾ ਵਿੱਚ ਭਿੱਜੇ ਹੋਏ ਵੀਰਾਂ ਦੇ ਨਾਲ ਬਹੁਤ ਵੱਡੀ ਤਾਦਾਦ ਵਿੱਚ ਉੱਥੇ ਦੀ ਜਨਤਾ ਜੁੜਦੀ ਚਲੀ ਗਈ। ਔਰ ਉਹਨਾਂ ਦਾ ਪ੍ਰਭਾਵ ਦਾ ਸੰਦੇਸ਼ ਔਰੰਗਜ਼ੇਬ ਨੂੰ ਮਿਲਦੇ ਰਹੇ, ਕਿਉਂਕਿ ਸੂਈ ਹੈ ਹਰ ਜਗ੍ਹਾ ਤੇ ਵੱਡੀਆਂ ਸਰਕਾਰਾਂ ਦੇ, ਜਿਹੜੀ ਵੱਡੀਆਂ ਸੁਲਤਾਨਾਂ ਹੁੰਦੀਆਂ ਹਨ, ਉਹਨਾਂ ਦੇ ਜਾਸੂਸ ਰਿਪੋਰਟਾਂ ਦਿੰਦੇ ਰਹਿੰਦੇ ਨੇ। ਇਹਨਾਂ ਲਿਖਤਾਂ ਰਾਹੀਂ ਵੀ ਸਮਝ ਵਿੱਚ ਆਉਂਦਾ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਫਿਰ ਪਟਨਾ ਸਾਹਿਬ ਦੇ ਸ਼ਹਿਰ ਵਿੱਚ ਮੁੜਦੇ ਹਨ। ਤਕਰੀਬਨ ਉੱਥੇ ਕੁਝ ਸਮਾਂ ਰੁਕ ਕੇ ਬਾਲ ਗੋਬਿੰਦ ਰਾਏ ਦੇ ਨਾਲ ਸਮਾਂ ਬਤੀਤ ਕੀਤਾ ਤੇ ਵਾਪਸੀ ਉਹਨਾਂ ਨੇ ਫਿਰ ਪੰਜਾਬ ਦੇ ਵੱਲ ਕੀਤੀ। ਤੇ ਜਦੋਂ ਉਹ ਆਗਰੇ ਪਹੁੰਚੇ ਤੇ ਦੂਜੀ ਗ੍ਰਿਫਤਾਰੀ ਆਗਰੇ ਵਿੱਚ ਹੁੰਦੀ ਹੈ। ਇਹ ਵੀ ਧਿਆਨ ਰੱਖਣ ਦੀ ਗੱਲ ਹੈ। ਜਿਸ ਗ੍ਰਿਫਤਾਰੀ ਨੂੰ ਦਿੱਲੀ ਦੇ ਚਾਂਦਨੀ ਚੌਕ ਨਾਲ ਜੋੜਿਆ ਜਾਂਦਾ ਹੈ, ਅਸਲ ਵਿੱਚ ਉਸ ਗ੍ਰਿਫਤਾਰੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦਾ ਕੋਈ ਲਿੰਕ ਨਹੀਂ ਹੈ। ਉਸ ਗ੍ਰਿਫਤਾਰੀ ਵਿੱਚ ਸੈਫ ਖਾਨ ਜਿਹੜਾ ਹੈ ਉਹ ਨਾਲ ਹੈ, ਔਰ ਉਸ ਨੇ ਔਰੰਗਜ਼ੇਬ ਨੂੰ ਸਮਝਾਣਾ ਕੀਤਾ ਕਿ ਬਈ ਇਹ ਕੰਮ ਗਲਤ ਹੈ, ਔਰ ਉਹਨੇ ਪੂਰਨ ਆਪਣਾ ਵਾਹ ਲਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗ੍ਰਿਫਤਾਰੀ ਜਿਹੜੀ ਹੈ ਉਹਨੂੰ ਖਤਮ ਕਰਾਇਆ। ਤੇ ਸਤਿਗੁਰੂ ਜੀ ਉੱਥੋਂ ਜੀ ਫਿਰ 1.5-2 ਮਹੀਨੇ ਗ੍ਰਿਫਤਾਰੀ ਦੇ ਅੰਦਰ ਰਹਿੰਦਿਆਂ ਹੋਇਆ ਵਾਪਸ ਦਿੱਲੀ ਤੋਂ ਪੰਜਾਬ ਵੱਲ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ, ਇਹ ਗ੍ਰਿਫਤਾਰੀ ਜਿਹੜੀ ਹੈ, ਖਿਮਾ ਕਰਨਾ, ਇਹ ਗ੍ਰਿਫਤਾਰੀ ਜਿਹੜੀ ਹੈ ਅਪ੍ਰੈਲ ਦੇ ਮਹੀਨੇ 1670 ਦੀ ਹੈ। ਉਹ ਵਾਪਸ ਜਿਹੜੇ ਹਨ ਪੰਜਾਬ ਦੇ ਵੱਲ ਆ ਜਾਂਦੇ ਹਨ ਤੇ ਪਰਿਵਾਰ ਨੂੰ ਸੰਦੇਸ਼ਾ ਭੇਜ ਦਿੰਦੇ ਹਨ। ਪਰਿਵਾਰ ਵੀ ਪ੍ਰਚਾਰ ਦੌਰੇ ਕਰਦੇ ਹੋਏ ਸਿੰਘ ਸਾਰੇ ਰਾਸਤੇ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਗਤੀ ਪੜਾਅ ਸੀ ਉੱਥੇ ਪ੍ਰਚਾਰ ਕਰਦਾ ਹੋਇਆ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣ ਵਾਸਤੇ ਚਾਲੇ ਪਾ ਦਿੰਦਾ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਹੁਣ ਬਾਬੇ ਬਕਾਲੇ ਜਾਂਦੇ ਹਨ। ਬਕਾਲੇ ਤੋਂ ਫਿਰ ਚੰਪਾ ਰਾਣੀ ਨੇ ਸੰਦੇਸ਼ਾ ਭੇਜਿਆ, ਅਰਜ਼ੋਈ ਕੀਤੀ ਕਿ ਸਤਿਗੁਰੂ ਜੀ ਜੋ ਨਾਨਕੀ ਚੱਕ ਸ਼ਹਿਰ ਵਸਾਇਆ ਹੈ, ਆਪ ਆ ਕੇ ਚਰਨ ਪਾਓ, ਸਾਨੂੰ ਸਾਰਿਆਂ ਨੂੰ ਕਿਰਪਾ ਕਰਕੇ ਸੱਚ ਦਾ ਮਾਰਗ ਦੱਸਣ ਵਾਸਤੇ ਇੱਥੇ ਦੇ ਲੋਕਾਂ ਨੂੰ ਆ ਕੇ ਆਪਣਾ ਨਿਵਾਸ ਕਰੋ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਉਹਨਾਂ ਦੇ ਪਰਿਵਾਰ ਤੇ ਉਹ ਅਨੰਨ ਸਿੱਖ ਜਿਹੜੇ ਨੇ, ਭਾਈ ਮਨੀ ਰਾਮ ਜੀ, ਭਾਈ ਦਿਆਲਾ ਜੀ, ਭਾਈ ਸਤੀਦਾਸ, ਭਾਈ ਮਤੀਦਾਸ, ਭਾਈ ਨਾਨੂ ਜੀ ਤੇ ਬਹੁਤ ਸਾਰੇ ਭਾਈ ਗੁਰਬਖਸ਼ ਜੀ, ਬਹੁਤ ਸਾਰੇ ਗੁਰਸਿੱਖ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ। ਉਸ ਦੀ ਸਾਰੀ ਵਿਉਂਤਬੰਦੀ ਬਣਦੀ ਹੈ। ਸਮੇਂ ਦੀ ਨਾਜ਼ੁਕਤਾ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝ ਰਹੇ ਸਨ। ਵਕਤ ਦਿਖ ਰਿਹਾ ਸੀ ਸਾਹਮਣੇ ਕਿ ਹਾਲਾਤ ਕੀ ਹੋਣ ਵਾਲੇ ਹਨ। ਇਹ ਨਹੀਂ ਕਿ ਹਾਲਾਤਾਂ ਨੂੰ ਦੇਖ ਕੇ ਅੱਖਾਂ ਲੁੱਟੀਆਂ ਗਈਆਂ ਸਨ। ਉਹਦੀ ਪੂਰੀ ਤਿਆਰੀ ਕੀਤੀ ਜਾ ਰਹੀ ਸੀ। ਬਾਲ ਗੋਬਿੰਦ ਰਾਏ ਦੀ ਵੀ ਤਿਆਰੀ ਕੀਤੀ ਜਾ ਰਹੀ ਸੀ। ਤੇ ਉਸੇ ਦੌਰਾਨ ਕਸ਼ਮੀਰੀ ਪੰਡਤਾਂ ਨੇ ਪੰਡਤ ਕਿਰਪਾਲ ਦਾਸ ਦੇ ਨਾਲ ਆ ਕੇ ਜਦ ਜ਼ੁਲਮ ਵਧਿਆ ਉਹਨਾਂ ਤੇ, ਉੱਥੇ ਦੇ ਨਵਾਬ ਨੇ, ਜਿਹਨੂੰ ਔਰੰਗਜ਼ੇਬ ਨੇ ਥਾਪਿਆ ਸੀ, ਜ਼ੁਲਮ ਵਧਾ ਦਿੱਤਾ ਤੇ ਉਹ ਸਾਰਿਆਂ ਦੇ ਕੋਲ ਕੋਈ ਸਾਧਨ ਸੀ। ਪਹਿਲੇ ਇਹ ਸਮਝਣਾ ਜ਼ਰੂਰੀ ਹੈ ਕਿ ਕਸ਼ਮੀਰੀ ਪੰਡਤ ਜਿਹੜੇ ਨੇ ਸਿੱਧੇ ਤੌਰ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਸ ਨਹੀਂ ਆਏ। ਇਹ ਇਤਿਹਾਸਕ ਸਰੋਤਾਂ ਤੋਂ ਅਸੀਂ ਸਮਝੀਏ, ਉਹ ਪਹਿਲੇ ਉਹਨਾਂ ਨੇ ਰਾਜਪੂਤਾਨੇ ਦੇ ਰਾਜਿਆਂ ਕੋਲ ਗਏ,
ਮੱਧ ਪ੍ਰਦੇਸ਼ ਵਿੱਚ ਜਿਹੜੇ ਰਾਜੇ ਸਨ ਸਿੰਧੀਆ ਪਰਿਵਾਰ ਦੇ, ਇਹਨਾਂ ਦੇ ਰਾਜਿਆਂ ਕੋਲ ਗਏ, ਮਰਾਠਿਆਂ ਕੋਲ ਗਏ, ਸਾਰਿਆਂ ਨੇ ਹੱਥ ਖੜੇ ਕੀਤੇ। ਹੱਥ ਖੜੇ ਕਰਨ ਦਾ ਮਤਲਬ ਸੀ ਇੰਨੇ ਵੱਡੇ ਵੱਡੇ ਰਾਜੇ ਸਨ, ਉਹਨਾਂ ਨੇ ਪੰਡਤਾਂ ਤੋਂ ਨਾਰਾਜ਼ਗੀ ਸੀ, ਉਸ ਨਾਰਾਜ਼ਗੀ ਦੇ ਕਾਰਨ ਔਰੰਗਜ਼ੇਬ ਦੇ ਸਾਹਮਣੇ ਖੜਨ ਵਾਸਤੇ ਕੋਈ ਤਿਆਰੀ ਨਹੀਂ, ਆਪਣੀ ਕੋਈ ਜ਼ਿਕਰ ਨਹੀਂ ਕੀਤਾ। ਜਦ ਕਿਰਪਾਲ ਦਾਸ ਜੀ ਦੇ ਨਾਲ, ਖਿਮਾ ਕਰਨਾ, ਕਿਰਪਾ ਰਾਮ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਵਾਪਸ ਜਾਂਦੇ ਨੇ। ਇਹ ਇਤਿਹਾਸਕ ਸਰੋਤਾਂ ਤੋਂ ਮੰਨਿਆ ਜਾਂਦਾ ਕਿ ਉਹਨਾਂ ਦੀ ਮੁਲਾਕਾਤ ਰਾਸਤੇ ਵਿੱਚ ਪਠਾਨਕੋਟ ਤੋਂ ਜੰਮੂ ਕਸ਼ਮੀਰ ਵੱਲ ਜਿਹੜਾ ਸ਼ਾਹੀ ਮਾਰਗ ਜਾਂਦਾ ਸੀ, ਉੱਥੇ ਮੁਲਾਕਾਤ ਹੁੰਦੀ ਹੈ ਔਰ ਉੱਥੋਂ ਫਿਰ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਉਹਨਾਂ ਵੀਰਾਂ ਨੂੰ ਨਾਲ ਲੈ ਕੇ, ਪੰਡਤ ਵੀਰਾਂ ਨੂੰ ਨਾਲ ਲੈ ਕੇ ਤੁਰ ਪੈਂਦੇ ਹਨ। ਤੇ ਇਤਿਹਾਸਕ ਸਰੋਤਾਂ ਤੋਂ ਵੀ ਪਤਾ ਸਮਝ ਵਿੱਚ ਆਉਂਦਾ ਹੈ ਕਿ ਇਹ ਇੱਕ ਦਿਨ ਜਾਂ 2 ਦਿਨ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਫੈਸਲਾ ਨਹੀਂ ਲਿਆ ਸੀ। ਉਹਨਾਂ ਪੰਡਤਾਂ ਦੇ ਨਾਲ, ਤਕਰੀਬਨ 20 ਕੁ ਪੰਡਤ ਸਨ ਜਿਹੜੇ ਬ੍ਰਾਹਮਣ ਸਨ, ਉਹਨਾਂ ਦੇ ਨਾਲ ਤਕਰੀਬਨ 20-21 ਦਿਨ ਦਾ ਵਾਰਤਾਲਾਪ ਹੋਈ। ਸਾਰੇ ਪੱਖਾਂ ਤੇ ਵਿਚਾਰ ਕੀਤਾ ਗਿਆ, ਉਹਨਾਂ ਦੀਆਂ ਗਲਤੀਆਂ ਤੇ ਵੀ ਵਿਚਾਰ ਕੀਤਾ ਗਿਆ, ਬਾਦਸ਼ਾਹ ਦੀਆਂ ਗਲਤੀਆਂ ਤੇ ਵੀ ਵਿਚਾਰ ਕੀਤਾ ਗਿਆ, ਤੇ ਸਾਰੀਆਂ ਚੀਜ਼ਾਂ ਤੇ ਨਜ਼ਰਸ਼ਾਨੀ ਕਰਕੇ ਇੱਕ ਫੈਸਲਾ ਕੀਤਾ ਗਿਆ। ਤੇ ਉਸ ਫੈਸਲੇ ਚੋਂ ਨਤੀਜਾ ਇਹ ਆਇਆ ਸਾਹਮਣੇ। ਅਸੀਂ ਕਈ ਵਾਰੀ ਸੋਚਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੇਡਦੇ ਆਏ ਤੇ ਪੰਡਤਾਂ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਇਹੋ ਜਿਹੀਆਂ ਸਾਖੀਆਂ ਸੁਣਦੇ ਆ। ਇਹ ਇਸ ਤਰ੍ਹਾਂ ਦੀਆਂ ਸਾਖੀਆਂ ਦਾ ਕੋਈ ਮਹੱਤਵ ਨਹੀਂ ਹੈ। ਬਾਲ ਗੋਬਿੰਦ ਰਾਏ ਜੀ ਨੂੰ ਪੂਰਨ ਤੌਰ ਤੇ ਟ੍ਰੇਨ ਕੀਤਾ ਗਿਆ ਸੀ। ਬਾਲ ਗੋਬਿੰਦ ਰਾਏ ਜੀ ਦੇ ਜਨਮ ਦੇ 2 ਤਾਰੀਖਾਂ ਸਾਡੇ ਸਾਹਮਣੇ ਆਉਂਦੀਆਂ ਨੇ। ਇੱਕ ਭੱਟਵਈਆਂ ਦੇ ਹਿਸਾਬ ਨਾਲ 1661 ਦੀ ਤਾਰੀਖ ਪੋਹ ਸੁਦੀ ਦੇ ਵਿੱਚ ਆਉਂਦੀ ਹੈ। ਇੱਕ ਤਾਰੀਖ ਜਿਹੜੀ ਜ਼ਿਆਦਾਤਰ ਅਸੀਂ ਮੰਨਦੇ ਹਾਂ, ਇਹ ਵੀ 23 ਪੋਹ ਦੇ 1666 ਅਸੀਂ ਮੰਨਦੇ ਹਾਂ। ਸੋ ਡੇਟਾਂ ਦੇ ਨਾਲ ਗੁਰਮਤਿ ਪ੍ਰਚਾਰ ਵਿੱਚ ਕੋਈ ਝਗੜਾ ਨਹੀਂ ਹੈ। ਗੁਰਮਤਿ ਪ੍ਰਚਾਰ ਵਿੱਚ ਮੇਨ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪ੍ਰਚਾਰ ਹੈ। ਤੇ ਜੇ ਡੇਟਾਂ ਦੇ ਕਾਰਨ ਅਸੀਂ ਖੜ ਜਾਂਦੇ ਹਾਂ ਤੇ ਬਹੁਤ ਸਾਰਾ ਕਾਰਜ ਪ੍ਰਚਾਰ ਦਾ ਰੁਕ ਜਾਂਦਾ ਹੈ। ਸਾਨੂੰ ਡੇਟਾਂ ਦੀਆਂ ਉਲਝਣਾਂ ਤੋਂ ਬਚਣਾ ਚਾਹੀਦਾ ਤੇ ਬਹੁਤ ਸੁੰਦਰ ਢੰਗ ਨਾਲ ਗੁਰਬਾਣੀ ਦੀ ਛਤਰ ਛਾਇਆ ਵਿੱਚ ਸਾਨੂੰ ਅੱਗੇ ਗੁਰਬਾਣੀ ਦੀ ਰੋਸ਼ਨੀ 'ਚ ਵਧਣਾ ਚਾਹੀਦਾ। ਸੋ ਜੇ ਸਹੀ ਤਰੀਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿਖਲਾਈ ਔਰ ਸਾਰੀਆਂ ਚੀਜ਼ਾਂ ਵੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ, ਮਾਤਾ ਨਾਨਕੀ ਜੀ ਦਾ ਤੇ ਮਾਤਾ ਗੁਜਰ ਕੌਰ ਜੀ ਦਾ ਪੂਰਨ ਧਿਆਨ ਸੀ, ਔਰ ਗੁਰਸਿੱਖਾਂ ਦਾ ਵੀ ਭਾਈ ਮਨੀ ਰਾਮ ਜੀ ਦਾ ਪੂਰਾ ਇਹ ਰੋਲ ਸੀ ਕਿ ਉਹਨਾਂ ਦੀ ਸਿਖਲਾਈ ਤੇ ਧਿਆਨ ਦਿੱਤਾ ਜਾਏ, ਉਹਨਾਂ ਦੀ ਪੜ੍ਹਾਈ ਤੇ ਧਿਆਨ ਦਿੱਤਾ ਜਾਏ। ਆਮ ਕਰਕੇ ਅਸੀਂ ਗੁਰੂਆਂ ਨੂੰ ਅਨਪੜ੍ਹ ਹੀ ਸਾਬਤ ਕਰਨਾ ਚਾਹੁੰਦੇ ਹਾਂ, ਕਦੀ ਉਹਨਾਂ ਦੇ ਐਜੂਕੇਸ਼ਨ ਦੇ ਸਰੋਤਾਂ ਨੂੰ ਸਾਹਮਣੇ ਨਹੀਂ ਲਿਆਉਂਦੇ, ਕਿਉਂਕਿ ਅਸੀਂ ਗੁਰੂਆਂ ਨੂੰ ਕਰਾਮਾਤੀ ਤੌਰ ਤੇ ਪੇਸ਼ ਕਰਨਾ ਚਾਹੁੰਦੇ ਹਾਂ। ਗੁਰਮਤਿ ਕਦੀ ਵੀ ਕਰਾਮਾਤੀ ਸਿਧਾਂਤ ਨਹੀਂ ਹੈ। ਆਪ ਜੀ ਗੁਰੂ ਸਾਹਿਬ ਦੀ ਸ਼ਹਾਦਤ ਵਿੱਚ ਇਸ ਨੂੰ ਸਮਝਣ ਦੀ ਪੂਰਨ ਤੌਰ ਤੇ ਕੋਸ਼ਿਸ਼ ਕਰੋ। ਜਦ ਇਹ ਸਾਰੀ ਵਿਚਾਰ ਬਣ ਗਈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਹਾ, ਹੁਣ ਸੰਦੇਸ਼ਾ ਜਾ ਕੇ ਦਿਓ, ਵਕਤ ਆ ਗਿਆ ਹੈ ਕਿ ਮਨੁੱਖਤਾ ਦਾ ਭਲਾ, ਜਗਤ ਵਿੱਚ ਵਿਚਾਰਧਾਰਾ ਨੂੰ ਜੀਣ ਦਾ ਸਭ ਨੂੰ ਹੱਕ। ਇਹ ਨਹੀਂ ਕਿ ਪੂਰਬ ਵਾਲੇ ਪਾਸੇ ਹੀ ਜ਼ੁਲਮ ਚੱਲ ਰਿਹਾ ਸੀ, ਜ਼ੁਲਮ ਇਹ ਪੱਛਮ ਵਾਲੇ ਪਾਸੇ ਵੀ ਚੱਲ ਰਿਹਾ ਸੀ। ਅਨੇਕਾਂ ਜਿਹੜੇ ਲੋਕ ਸਨ ਜਿਨ੍ਹਾਂ ਕੋਲ ਤਾਕਤ ਸੀ, ਜਿਹੜੇ ਯਹੂਦੀ ਸਨ, ਉਹ ਜ਼ੁਲਮ ਕਰ ਰਹੇ ਸਨ। ਜਦ ਯਹੂਦੀ ਕਮਜ਼ੋਰ ਹੋਏ ਤੇ ਕ੍ਰਿਸਚਨ ਵੀਰਾਂ ਨੇ ਜ਼ੁਲਮ ਕੀਤੇ, ਜਦ ਕ੍ਰਿਸਚਨ ਕਮਜ਼ੋਰ ਹੋਏ ਤੇ ਮੁਸਲਮਾਨ ਵੀਰਾਂ ਨੇ ਜ਼ੁਲਮ ਕੀਤੇ। ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਸੀ ਤੇ ਸਾਰੀ ਦੁਨੀਆ 'ਚ ਜੇ ਇਤਿਹਾਸ ਨੂੰ ਬਾਰੀਕੀ ਨਾਲ ਦੇਖੀਏ ਤੇ ਨੈਪੋਲੀਅਨ ਵਰਗੇ ਰਾਜੇ ਤੇ ਹੋਰਨਾਂ ਰਾਜਿਆਂ ਦੇ ਸਮੇਂ ਕੀ ਚੱਲ ਰਿਹਾ ਸੀ, ਜਿਹੜੇ ਰਾਜੇ ਸਨ ਚੰਗੇਜ਼ ਖਾਨ ਵਰਗੇ, ਇਹਨਾਂ ਦੇ ਵਿੱਚ ਕੀ ਚੱਲ ਰਿਹਾ ਸੀ, ਕਿਹੜੀ ਲੜਾਈ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ, ਗੁਰੂ ਨਾਨਕ ਸਤਿਗੁਰ ਦੇ 10 ਜਾਮਿਆਂ ਦੀ, ਗੁਰੂ ਗ੍ਰੰਥ ਸਾਹਿਬ ਦੀ ਇਹ ਕੋਈ ਲੜਾਈ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਰੇ ਮੰਨ ਲੈਣ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਹ ਕਹਿੰਦੀ ਹੈ ਕਿ ਭੈ ਕਾਹੂ ਕੋ ਦੇਤ ਨ ਭੈ ਮਾਨਤ ਆਨ, ਨਾ ਡਰਾਣਾ ਹੈ ਤੇ ਨਾ ਡਰਨਾ ਹੈ। ਜਿਹੜਾ ਵਿਚਾਰਧਾਰਾ ਮੰਨ ਰਿਹਾ ਹੈ, ਜੇ ਉਸ ਨੂੰ ਆਪਣੇ
ਪ੍ਰੇਮ ਦੀ ਬੋਲੀ 'ਚ ਆਪਣੀ ਵਿਚਾਰਧਾਰਾ ਸਮਝਾ ਸਕੋ ਤੇ ਠੀਕ ਹੈ, ਨਹੀਂ ਮੰਨਦਾ ਤੇ ਉਹਦੇ ਤੇ ਜ਼ੁਲਮ ਕਰਨ ਦੀ ਲੋੜ ਨਹੀਂ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਤੀਜੀ ਗ੍ਰਿਫਤਾਰੀ ਜਿਹੜੀ ਹੈ ਇਹ ਰੋਪੜ 'ਚ ਮੰਨੀ ਜਾਂਦੀ ਹੈ, ਔਰ ਇਹ ਜੁਲਾਈ ਦੇ ਮਹੀਨੇ ਦੀ ਮੰਨੀ ਜਾਂਦੀ ਹੈ, ਔਰ ਸਰੋਤਾਂ ਦੇ ਵਿੱਚ ਜੁਲਾਈ ਦਾ ਮਹੀਨਾ ਦੱਸਿਆ ਜਾਂਦਾ ਹੈ। ਤਕਰੀਬਨ 2.5-3 ਮਹੀਨੇ 3.5 ਮਹੀਨੇ ਦੀ ਅਰੈਸਟ ਜਿਹੜੀ ਹੈ ਬਸੀ ਪਠਾਣਾ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਹੋਰਨਾਂ ਸਿੱਖਾਂ ਦੀ ਹੁੰਦੀ ਹੈ, ਜਿਹਦੇ ਵਿੱਚ ਮੁੱਖੀ ਤੌਰ ਤੇ ਭਾਈ ਸਤੀ ਦਾਸ ਹਨ, ਭਾਈ ਮਤੀ ਦਾਸ ਹਨ, ਭਾਈ ਦਿਆਲਾ ਜੀ ਹਨ ਤੇ ਹੋਰ ਸਿੱਖ ਉਹਨਾਂ ਦੇ ਆਲੇ ਦੁਆਲੇ ਹੀ ਬੜੀ ਵਿਉਂਤਬੰਦੀ ਦੇ ਨਾਲ ਚੱਲ ਰਹੇ ਹਨ, ਔਰ ਉਸ ਵਿਉਂਤਬੰਦੀ 'ਚ ਪੂਰੀ ਖਬਰ ਰੱਖ ਰਹੇ ਹਨ, ਇੱਕ ਇੱਕ ਪਲ ਦੀ, ਇੱਕ ਇੱਕ ਸਮੇਂ ਦੀ। ਸਾਰੇ ਸਿੱਖ ਗੁਰੂ ਪਾਤਸ਼ਾਹ ਦੇ ਆਪਣੇ ਘੇਰੇ ਵਿੱਚ ਲੈ ਕੇ ਹੀ ਚੱਲ ਰਹੇ ਹਨ, ਔਰ ਇਹਨਾਂ ਸਾਰੇ ਵਿਉਂਤਬੰਦੀਆਂ ਵੱਲ ਸਾਨੂੰ ਧਿਆਨ ਵੀ ਦੇਣਾ ਚਾਹੀਦਾ। ਹੁਣ ਜਦ ਔਰੰਗਜ਼ੇਬ, ਕਿਉਂਕਿ ਉਸ ਟਾਈਮ ਅਟਕ ਦਰਿਆ ਵਾਲੇ ਪਾਸੇ ਸੀ, ਉਧਰ ਮੁਲਤਾਨ ਵਾਲੇ ਪਾਸੇ, ਉਸਨੇ ਉਧਰੋਂ ਖਿਮਾ ਕਰਨਾ ਹਸਨ ਅਬਦਾਲ ਵਾਲੇ ਪਾਸੇ, ਉੱਥੋਂ ਜੀ ਵਾਪਸੀ ਜਦੋਂ ਹੋਈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਪਹੁੰਚ ਲਿਆਏ ਜਾ ਚੁੱਕੇ ਸਨ, ਔਰ ਉੱਥੇ ਦੇ ਕੋਤਵਾਲ, ਉੱਥੇ ਦਾ ਜਿਹੜਾ ਉਸ ਟਾਈਮ ਦੇ ਜੱਜ ਕਾਜੀ ਹੁੰਦੇ ਸਨ, ਉਹਨਾਂ ਨੇ ਉਹਨਾਂ ਦੇ ਨਾਲ ਕਾਫੀ ਵਿਚਾਰਾਂ ਵੀ ਕੀਤੀਆਂ। ਪਹਿਲੀ ਵਿਚਾਰਧਾਰਾ 'ਚ ਬੜਾ ਪਿਆਰ ਜਤਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਤਿੰਨਾਂ ਗੁਰਸਿੱਖਾਂ ਦੇ ਨਾਲ ਵੀ, ਗੁਰੂ ਤੇਗ ਬਹਾਦਰ ਜੀ ਦੇ ਨਾਲ ਵੀ, ਸਤਿਗੁਰ ਦੇ ਨਾਲ ਵੀ, ਔਰ ਇਹ ਸਾਰਾ ਕੁਝ ਉਹ ਜਾਣਦੇ ਸਨ। ਇਹ ਪਿਆਰ ਦਿਖਾਵੇ ਦਾ ਪਿਆਰ ਹੈ, ਔਰ ਇਸ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਮੁਗਲ ਸਲਤਨਤ ਦੇ ਸਹਿਯੋਗ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜਾ ਹੈ ਆਪਣਾ ਕਾਰਜ ਕਰਨ, ਜੋ ਵੀ ਮੁਗਲ ਸਲਤਨਤ ਕਹਿ ਰਹੀ ਹੈ ਉਹਨੂੰ ਮੰਨਿਆ ਜਾਏ। ਅੱਜ ਵੀ ਸਰਕਾਰਾਂ ਜਿਹੜੀਆਂ ਨੇ ਜ਼ੁਲਮ ਦੇ ਤਰੀਕੇ ਨੂੰ ਵਧਾਉਣ ਵਾਸਤੇ ਜੇ ਉਹ ਜ਼ੁਲਮ ਕਰਦੇ ਹਨ ਤੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਗਿਆਕਾਰੀ ਸਮਾਜ ਬਣੋ। ਆਗਿਆਕਾਰੀ ਜਨਤਾ ਬਣਾਉਣ ਵਾਸਤੇ ਮੁਗਲ ਸਲਤਨਤ ਪੂਰਾ ਜ਼ੋਰ ਲਗਾ ਰਹੀ ਸੀ। ਜਿੱਥੇ ਮੁਸਲਮਾਨੀਅਤ ਦਾ ਪ੍ਰਚਾਰ ਕਰਨਾ ਚਾਹੁੰਦੇ ਸੀ, ਉੱਥੇ ਆਪਣੀ ਰਾਜ ਸੱਤਾ ਨੂੰ, ਬਾਦਸ਼ਾਹਤ ਨੂੰ ਕਾਇਮ ਕਰਨ ਵਾਸਤੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗੇ ਉਹਨਾਂ ਵਿਚਾਰਧਾਰਾ ਦੇ ਧਨੀ, ਜਿਨ੍ਹਾਂ ਦਾ ਅਸਰ ਜਨਤਾ ਤੇ ਹੋਵੇ, ਉਹਨਾਂ ਦੀ ਲੋੜ ਸੀ। ਸੋ ਉੱਤੇ ਪਿੱਛੇ ਇੱਕ ਗੱਲ ਕੰਮ ਨਹੀਂ ਕਰ ਰਹੀ ਸੀ ਕਿ ਸਿਰਫ ਮੁਸਲਮਾਨੀਅਤ ਹੀ ਸ਼ਾਮਲ ਹੋ ਜਾਣ ਦਾ ਮਕਸਦ ਸੀ। ਉਹਦੇ ਪਿੱਛੇ ਕਈ ਮਕਸਦ ਸਨ, ਕਈ ਮਕਸਦ ਤੇ ਕੰਮ ਕੀਤਾ ਜਾ ਰਿਹਾ ਸੀ, ਔਰ ਉਹਨਾਂ ਸਾਰੇ ਮਕਸਦਾਂ ਨੂੰ ਅਸੀਂ ਵਿਚਾਰੀਏ ਤੇ ਬੜੇ ਧਿਆਨ ਦੇ ਨਾਲ ਸਮਝਣਾ ਪਏਗਾ ਸਾਨੂੰ। ਤੇ ਜਦ ਦੇਖਿਆ ਗਿਆ ਕਿ ਹੁਣ ਚਾਰਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਮਨਾਇਆ ਜਾ ਰਿਹਾ, ਨਹੀਂ ਮੰਨ ਰਹੇ, ਸਾਰੇ ਗੁਰਬਾਣੀ ਦੀ ਦਲੀਲਾਂ ਨਾਲ, ਉਹਨਾਂ ਦੀ ਕੁਰਾਨਾਂ ਦੀ ਆਇਤਾਂ ਨੂੰ ਵੀ ਸਾਹਮਣੇ ਰੱਖ ਕੇ ਉਹਨਾਂ ਨੂੰ ਝੂਠਾ ਸਾਬਤ ਕਰ ਰਹੇ ਸਨ। ਤੇ ਜਦ ਤਾਕਤਵਰ ਬੰਦਾ ਝੂਠਾ ਸਾਬਤ ਹੁੰਦਾ ਹੈ ਤੇ ਜ਼ੁਲਮ ਦਾ ਰਸਤਾ ਅਖਤਿਆਰ ਕਰਦਾ ਹੈ। ਉਸ ਜ਼ੁਲਮ ਦੇ ਰਸਤੇ 'ਚ ਕਈ ਕਿਸਮ ਦੇ ਜ਼ੁਲਮ ਕੀਤੇ ਗਏ ਉਹਨਾਂ ਸਿੱਖਾਂ ਤੇ ਵੀ, ਔਰ ਪ੍ਰਮਾਣਾਂ ਦੇ ਤੌਰ ਤੇ ਜੇ ਸਮਝਿਆ ਜਾਏ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਔਰ ਰੇਤ ਵੀ ਪਾਈ ਗਈ, ਗਰਮ ਰੇਤ ਵਿੱਚ, ਔਰ ਗਰਮ ਖੰਭੇ ਨਾਲ ਬਣਿਆ ਵੀ ਗਿਆ। ਲੇਕਿਨ ਅਡੋਲ ਸਤਿਗੁਰ ਜੀ ਵਿਚਾਰਧਾਰਕ ਤੇ ਅਡੋਲ ਮਨ ਦੀ ਤਾਕਤ ਨੂੰ ਪ੍ਰਾਪਤ ਕਰ ਚੁੱਕੇ ਤੇ ਜਨਤਾ ਨੂੰ ਮਨ ਦੀ ਤਾਕਤ ਦੇਣ ਵਾਲੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਡੇ ਸਾਹਮਣੇ ਉਹ ਮਿਸਾਲ ਪੈਦਾ ਕਰਦੇ ਹਨ। ਜਦ ਸਾਰੀ ਤਾਕਤ, ਸਾਰੀ ਵਾਹ ਲਾ ਕੇ ਵੀ ਉਹਨਾਂ ਦਾ ਜ਼ੋਰ ਨਹੀਂ ਚੱਲਿਆ ਤੇ ਫਿਰ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ, ਕਿਉਂਕਿ ਆਮ ਕਰਕੇ ਕਈ ਵਾਰੀ ਘਰ ਦਾ ਮੁਖੀ ਆਪਣੇ ਬੱਚਿਆਂ ਨੂੰ ਦਰਦ ਦੇਖ ਨਹੀਂ ਸਕਦਾ। ਜੇ ਘਰ ਦੇ ਮੁਖੀ ਦੇ ਸਾਹਮਣੇ ਉਹਦੇ ਪੁੱਤਰਾਂ ਨੂੰ, ਉਹਦੇ ਧੀਆਂ ਨੂੰ ਜ਼ੁਲਮ ਕੀਤਾ ਜਾਏ ਤੇ ਉਹ ਡਰ ਕੇ ਜਿਹੜਾ ਹੈ ਈਨ ਮੰਨ ਲੈਂਦਾ ਹੈ। ਉਹਨਾਂ ਨੇ ਪਹਿਲੇ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਲਈ ਪ੍ਰੋਗਰਾਮ ਬਣਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪਿੰਜਰੇ ਵਿੱਚ ਕੈਦ ਕਰਕੇ ਲਿਆ ਕੇ ਚਾਂਦਨੀ ਚੌਕ ਵਿੱਚ ਰੱਖਿਆ ਗਿਆ, ਔਰ ਭਾਈ ਮਤੀ ਦਾਸ ਜੀ ਨੂੰ ਜਿਹੜਾ ਹੈ ਉਹ ਨਵੰਬਰ ਦੇ ਮਹੀਨੇ ਵਿੱਚ ਲਿਆ ਕੇ ਉਹਨਾਂ ਨੂੰ ਇਹ ਫਤਿਹਵਾ ਜਾਰੀ ਕੀਤਾ ਗਿਆ ਕਿ ਤੁਹਾਡਾ ਸਰੀਰ ਆਰੇ ਨਾਲ 2 ਫਾੜ ਕੀਤਾ ਜਾਏਗਾ ਜੇ ਤੁਸੀਂ ਸਾਡੀ ਈਨ ਨਹੀਂ ਮੰਨੋਗੇ, ਆਪਣੀ ਗੁਰੂ ਦੀ ਗੱਲ ਤੇ ਤੁਰੋਗੇ। ਸੋ ਉਹਨਾਂ ਨੇ ਸਿੱਧਾ ਜਵਾਬ ਦਿੱਤਾ
ਕਿ ਸਾਡਾ ਗੁਰੂ ਸਾਡੇ ਜੀਵਨ ਤੋਂ, ਸਾਡੇ ਸਰੀਰ ਤੋਂ ਕਿਤੇ ਅੱਗੇ ਹੈ। ਸਾਡਾ ਸਰੀਰ ਅਹਿਮੀਅਤ ਨਹੀਂ ਰੱਖਦਾ, ਸਾਡੇ ਜਜ਼ਬਾਤ ਅਹਿਮੀਅਤ ਨਹੀਂ ਰੱਖਦੇ। ਸਾਡੇ ਗੁਰੂ ਦੇ ਦੱਸੇ ਹੋਏ ਉਪਦੇਸ਼, ਅਕਾਲ ਪੁਰਖ ਦੇ ਵਿੱਚ ਲੀਨਤਾ, ਰੱਬੀ ਗੁਣਾਂ ਵਿੱਚ ਅਡੋਲਤਾ, ਇਹੀ ਸਾਡੇ ਲਈ ਅਹਿਮੀਅਤ ਰੱਖਦੇ ਨੇ। ਕਿਉਂਕਿ ਬਾਣੀ ਸਾਨੂੰ ਉਪਦੇਸ਼ ਕਰਦੀ ਹੈ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨਪ੍ਰੀਤ ਚਰਨ ਕਮਲਾਰੇ। ਮਰ ਤੇ ਜਾਣਾ ਹੀ ਹੈ, ਕਾਜੀ ਨੂੰ ਕਹਿ ਰਹੇ ਨੇ, ਮਰ ਤੇ ਅਸੀਂ ਜਾਣਾ ਹੀ। ਜੇ ਤੁਸੀਂ ਛੱਡ ਦਿਓਗੇ ਤਾਂ ਵੀ ਅਸੀਂ ਕਿਸੇ ਦਿਨ ਮਰ ਜਾਣਾ। ਤੇ ਹੁਣ ਗੁਰੂ ਦੇ ਚਰਨਾਂ ਵਿੱਚ ਸਾਡੀ ਜੇ ਅੰਤਮ ਸਵਾਸ ਨਿਕਲਣ ਤੇ ਬੜੀ ਸਤਿਗੁਰ ਦੀ ਕਿਰਪਾ ਹੋਏਗੀ, ਗੁਰੂ ਦੀ ਕਿਰਪਾ ਹੋਏਗੀ। ਆਖਰੀ ਖਾਹਿਸ਼ ਪੁੱਛੀ ਗਈ, ਉਹਨਾਂ ਨੇ ਇਹੀ ਖਾਹਿਸ਼ ਮੰਗੀ ਕਿ ਸਾਡਾ ਮੂੰਹ ਜਿਹੜਾ ਹੈ ਸਾਡੇ ਗੁਰੂ ਵੱਲ ਹੋਵੇ। ਔਰ ਉਹਨਾਂ ਨੇਤਰਾਂ ਨਾਲ ਮਿਲਾਪ, ਗੁਰੂ ਨਾਨਕ ਸਤਿਗੁਰੂ ਪਾਤਸ਼ਾਹ ਦੇ 9ਵੇਂ ਜਾਮੇ ਦੇ ਨੇਤਰਾਂ ਦੇ ਨਾਲ ਮਿਲਾਪ ਮੈਂ ਇਸ ਤਰ੍ਹਾਂ ਸਮਝਦਾ ਹਾਂ, ਜਿਸ ਤਰ੍ਹਾਂ ਭਾਈ ਮਤੀ ਦਾਸ ਜੀ ਕਹਿ ਰਹੇ ਹੋਣ, ਸਤਿਗੁਰੂ ਜੀ ਤੁਸੀਂ 5ਵੇਂ ਜਾਮੇ ਵਿੱਚ ਉਹਨਾਂ ਚੀਜ਼ਾਂ ਨੂੰ ਸਾਡੇ ਸਾਹਮਣੇ ਮਿਸਾਲ ਬਣਾ ਕੇ ਆਪਣੀ ਸ਼ਹਾਦਤ ਦਿੱਤੀ ਹੈ, ਸ਼ਹੀਦਾਂ ਦੇ ਸਰਤਾਜ ਬਣੇ ਹੋ। ਅੱਜ ਅਸੀਂ ਸਿੱਖ ਤੁਹਾਡੀ ਉਹਨਾਂ ਮਿਸਾਲਾਂ ਨੂੰ ਆਪਣੇ ਸਰੀਰ ਤੇ ਹੰਢਾ ਕੇ ਸਾਬਤ ਕਰ ਰਹੇ ਹਾਂ ਕਿ ਅਸੀਂ ਤੁਹਾਡੀ ਹਰ ਇੱਕ ਗੱਲ ਨੂੰ ਜੀਵਨ ਦੇ ਹਰ ਇੱਕ ਸਵਾਸ ਵਿੱਚ ਨਿਭਾਉਣ ਲਈ ਤਿਆਰ ਹਾਂ ਔਰ ਨਿਭਾ ਕੇ ਦੱਸਾਂਗੇ। ਇਹ ਨੇਤਰਾਂ ਦੀ ਗੱਲਾਂ ਨੂੰ ਮੈਨੂੰ ਇਹ ਸਮਝ ਵਿੱਚ ਆਉਂਦੀ ਹੈ। ਜੇ ਤੁਹਾਨੂੰ ਸਮਝ ਵਿੱਚ ਆਏ ਤੇ ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਮੰਨਣਾ ਔਰ ਇਸ ਤੇ ਵਿਚਾਰ ਕਰਨਾ ਕਿ ਭਾਈ ਮਤੀ ਦਾਸ ਜੀ ਦੀ, ਭਾਈ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਅੱਖਾਂ ਵਿੱਚ ਇਹ ਵਿਚਾਰ ਚੱਲ ਰਹੀ ਹੈ। ਔਰ ਇਹ ਸਾਬਤ ਹੋ ਰਿਹਾ ਕਿ ਜਿਹੜਾ ਖੂਨ ਦਾ ਫੁਹਾਰਾ ਜਪਜੀ ਸਾਹਿਬ ਦੀ ਬਾਣੀ ਪੜ੍ਹਦਿਆਂ ਹੋਇਆ ਮਤੀ ਦਾਸ ਜੀ ਆਪਣੀ ਸ਼ਹਾਦਤ ਦਿੰਦੇ ਹਨ, 2 ਟੁੱਟਿਆ ਸਰੀਰ ਵੰਡਿਆ ਜਾਂਦਾ ਹੈ। ਅਗਲੇ ਦਿਨ ਫਿਰ ਭਾਈ ਸਤੀ ਦਾਸ ਜੀ ਦੀ ਵਾਰੀ ਆਉਂਦੀ ਹੈ, ਭਾਈ ਦਿਆਲਾ ਜੀ ਦੀ ਵਾਰੀ ਆਉਂਦੀ ਹੈ, ਖਿਮਾ ਕਰ ਦੇਣਾ। ਭਾਈ ਦਿਆਲਾ ਜੀ ਨੂੰ ਵੀ ਇਸੇ ਤਰ੍ਹਾਂ ਡਰਾਇਆ ਧਮਕਾਇਆ ਜਾਂਦਾ ਹੈ ਤੇ ਭਾਈ ਦਿਆਲਾ ਜੀ ਨੂੰ ਦੇਗ ਇੱਕ ਉਬਲਦੇ ਹੋਏ ਪਾਣੀ ਪਹਿਲਾਂ ਹੀ ਤਿਆਰ ਸੀ, ਜਿਹਦੇ ਚ ਬਹਾ ਦਿੱਤਾ ਜਾਂਦਾ ਹੈ ਔਰ ਉਬਲਦੇ ਹੋਏ ਜਲ ਵਿੱਚ ਸਤਿਗੁਰੂ ਵੱਲ ਨੇਤਰ ਕਰਕੇ ਮੈਂ ਇਹੀ ਉਸ ਨੇਤਰਾਂ ਵਿੱਚੋਂ ਪੜ੍ਹ ਰਿਹਾ ਕਿ ਉਹ ਦੱਸ ਰਹੇ ਨੇ, ਸਤਿਗੁਰੂ ਜੀ ਤੁਹਾਨੂੰ ਵੀ ਉਬਲਦੀ ਦੇਗ ਵਿੱਚ ਹੀ ਪਾਇਆ ਗਿਆ ਸੀ 5ਵੇਂ ਜਾਮੇ 'ਚ। ਇਹ ਕਿਧਰੇ ਸੰਸਾਰ ਦੇ ਲੋਕ ਇਹ ਨਾ ਕਹਿਣ ਕਿ ਗੁਰੂ ਨਾਨਕ ਦੇ ਸਿੱਖ ਉਹਨਾਂ ਦੇਗਾਂ ਤੋਂ ਡਰ ਗਏ ਜਾਂ ਉਹਨਾਂ ਦੇਗਾਂ ਤੋਂ ਹਟ ਗਏ ਜੋ ਗੁਰੂ ਨੇ ਮਿਸਾਲ ਕਾਇਮ ਕੀਤੀ ਸੀ। ਤੇ ਸਮਝ ਵਿੱਚ ਸਾਨੂੰ ਆਣੀ ਚਾਹੀਦੀ, ਉਹਨਾਂ ਮਿਸਾਲਾਂ ਨੂੰ ਸਾਡੇ ਬਜ਼ੁਰਗਾਂ ਨੇ, ਸਾਡੇ ਗੁਰਸਿੱਖਾਂ ਨੇ, ਸਾਡੇ ਸ਼ਹੀਦ ਵੀਰਾਂ ਨੇ ਪੂਰਨ ਤੌਰ ਤੇ ਆਪਣੇ ਸਰੀਰ ਤੇ ਹੰਢਾ ਕੇ ਇਸ ਦੀ ਕਾਮਨਾ ਨਹੀਂ ਕੀਤੀ ਕਿ ਸ਼ਹਾਦਤ ਤੋਂ ਬਾਅਦ ਸਾਡੇ ਪਰਿਵਾਰ ਨੂੰ ਸੁੱਖ ਮਿਲੇਗਾ ਜਾਂ ਸਾਡੇ ਬੱਚਿਆਂ ਨੂੰ ਸੁੱਖ ਮਿਲੇਗਾ ਜਾਂ ਸਾਡਾ ਖਾਨਦਾਨ ਜਿਹੜਾ ਵੱਧ ਜਾਏਗਾ ਜਾਂ ਵਰ ਮਿਲ ਜਾਏਗਾ। ਇਹਨਾਂ ਕਿਸੇ ਚੀਜ਼ ਦੀ ਵੀ ਕਾਮਨਾ ਕਦੀ ਵੀ ਸਿੱਖ ਨੇ ਨਹੀਂ ਕੀਤੀ, ਕਿਉਂਕਿ ਸਿੱਖ ਦੇ ਵਿੱਚ ਕਨਸੈਪਟ ਹੀ ਇਹੀ ਹੈ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ। ਨਾ ਮਰਨ ਤੋਂ ਬਾਅਦ ਦੀ ਮੁਕਤੀ ਦੀ ਇੱਛਾ ਹੈ, ਨਾ ਧਨ ਦੀ ਇੱਛਾ ਹੈ, ਨਾ ਰਾਜ ਦੀ ਇੱਛਾ ਹੈ, ਨਾ ਸੰਸਾਰਕ ਸ਼ਕਤੀਆਂ ਦੀ ਇੱਛਾ ਹੈ, ਨਾ ਧਾਰਮਿਕ ਸ਼ਕਤੀਆਂ ਦੀ ਇੱਛਾ ਹੈ। ਜੇ ਇੱਛਾ ਹੈ ਤੇ ਰੱਬੀ ਪ੍ਰੇਮ ਦੀ ਇੱਛਾ ਹੈ, ਰੱਬ ਦੀ ਜੋਤ ਔਰ ਜਗਤ ਵਿੱਚ ਉਸ ਜੋਤ ਦੇ ਵਿੱਚ ਲੀਨ ਹੋਣ ਦੀ ਤੇ ਉਹਦੇ ਗੁਣਾਂ ਨੂੰ ਧਾਰਨ ਦੀ ਇੱਛਾ ਹੈ। ਇਸੇ ਤਰ੍ਹਾਂ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ। ਇਹਨਾਂ ਤਿੰਨਾਂ ਸ਼ਹਾਦਤਾਂ ਵਿੱਚ ਅਡੋਲ ਸਤਿਗੁਰੂ ਜੀ ਸਭ ਕੁਝ ਦੇਖ ਰਹੇ ਹਨ ਔਰ ਸ਼ੁਕਰ ਕਰ ਰਹੇ ਹਨ ਅਕਾਲ ਪੁਰਖ ਦਾ। ਹੇ ਅਕਾਲ ਪੁਰਖ, ਤੁਸੀਂ ਰਹਿਮਤ ਕੀਤੀ ਹੈ ਨਾ ਮੇਰੇ ਬੱਚਿਆਂ ਤੇ, ਜਿਨ੍ਹਾਂ ਨੇ ਬਾਣੀ ਦਾ ਆਸਰਾ ਲੈ ਕੇ ਆਪਦੇ ਚਰਨਾਂ ਵਿੱਚ ਜਾਣ ਤੋਂ ਪਹਿਲਾਂ ਅਡੋਲਤਾ ਦਿਖਾਈ ਹੈ ਔਰ ਇਹ ਮੰਨ ਲਿਆ ਹੈ, ਪਹਿਲੇ ਮਰਨ ਕਬੂਲ ਜੀਵਨ ਕੀ ਛੜਿਆਸ। ਐਸੀ ਜਜ਼ਬਾਤਾਂ ਨੂੰ ਪਾ ਲਿਆ ਹੈ ਔਰ ਸਿੱਖੀ ਦੇ ਹਰ ਇੱਕ ਸਿੱਖ ਦੇ ਵਿੱਚ ਇਸ ਜਜ਼ਬਾਤ ਨੂੰ ਹਰ ਸਿੱਖ ਨੇ ਪਾਇਆ ਸੀ। ਕਈ ਲੋਕ ਕਈ ਕਿਸਮ ਦੀਆਂ ਪ੍ਰਚਾਰ ਕਰਦੇ ਸਨ, ਕਿਉਂਕਿ ਸਰਕਾਰਾਂ ਦੀਆਂ ਚਾਲਾਂ ਵੱਖ ਕਿਸਮ ਦੀਆਂ ਹੁੰਦੀਆਂ ਨੇ।
ਜਨਤਾ ਨੂੰ ਭਟਕਾਉਣ ਦੀਆਂ ਹੁੰਦੀਆਂ ਨੇ ਕਿ ਲੋਕ ਡਰ ਗਏ, ਲੋਕ ਭੱਜ ਗਏ। ਨਾ ਤੇ ਕੋਈ ਭੱਜਿਆ ਸੀ, ਨਾ ਕੋਈ ਡਰਿਆ ਸੀ। ਸਭ ਨੇ ਆਪਣੇ ਜਜ਼ਬਾਤ ਗੁਰੂ ਦੀ ਆਗਿਆ ਨਾਲ ਜੋੜ ਕੇ ਰੱਖੇ ਹੋਏ ਸਨ। ਆਗਿਆ ਦਾ ਇੰਤਜ਼ਾਰ ਸੀ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੰਗਤਾਂ ਨੂੰ ਚੱਲਣ ਤੋਂ ਪਹਿਲਾਂ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਤੇ ਗੁੱਸੇ ਨੂੰ ਪਾਲਣ ਵਾਸਤੇ ਕਿਹਾ ਸੀ। ਆਪਣੇ ਕ੍ਰੋਧ ਨੂੰ ਪਾਲ ਕੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦੀ, ਉਸ ਕ੍ਰੋਧ ਨੂੰ ਤਾਕਤ ਦੇ ਤੌਰ ਤੇ ਵਰਤਣ ਵਾਸਤੇ ਕਿਹਾ ਸੀ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦਾ ਦਿਨ ਆ ਗਿਆ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਰੀਰ ਅਨੇਕਾਂ ਤਸੀਹਾਂ ਕਰਕੇ ਕਮਜ਼ੋਰ ਵੀ ਹੋਇਆ ਹੈ। ਸਰੀਰ ਜ਼ਰੂਰ ਕਮਜ਼ੋਰ ਹੁੰਦਾ ਹੈ, ਲੇਕਿਨ ਕਮਜ਼ੋਰ ਸਰੀਰ ਵਿੱਚ ਜਿਹੜਾ ਮਜ਼ਬੂਤ ਮਨ ਹੈ, ਕਮਜ਼ੋਰ ਸਰੀਰ ਵਿੱਚ ਉਹ ਤਾਕਤ ਪਾ ਦਿੰਦਾ ਹੈ ਜਿਹੜਾ ਸੰਸਾਰ ਦੀਆਂ ਵੱਡੀਆਂ ਤੋਂ ਵੱਡੀਆਂ ਤਾਕਤਾਂ ਦੀਆਂ ਜੜ੍ਹਾਂ ਹਿਲਾ ਦਿੰਦਾ ਹੈ। ਮੁਗਲ ਸਲਤਨਤ ਦੀਆਂ ਜੜ੍ਹਾਂ ਹਿਲ ਰਹੀਆਂ, ਸੰਸਾਰ ਦੇ ਲੋਕ ਦੇਖ ਰਹੇ ਨੇ, ਸੰਸਾਰ ਦੇ ਇਤਿਹਾਸਕਾਰ ਆਪਣੀ ਕਲਮ ਨਾਲ ਲਿਖ ਰਹੇ ਨੇ। ਭਾਵੇਂ ਦੋਖੀਆਂ ਨੇ ਵੱਖ-ਵੱਖ ਕਿਸਮ ਦੀਆਂ ਚੀਜ਼ਾਂ ਲਿਖੀਆਂ ਹੋਣ, ਲੇਕਿਨ ਸੱਚਾਈ ਅੱਜ ਵੀ ਇਤਿਹਾਸ ਵਿੱਚ ਦਰਜ ਹੈ। ਸਿੱਖਾਂ ਨੂੰ ਲੋੜ ਹੈ ਉਹਨਾਂ ਨੂੰ ਪੜਚੋਲਣ ਦੀ, ਉਹਨਾਂ ਨੂੰ ਵਾਚਣ ਦੀ, ਗੁਰਬਾਣੀ ਦੀ ਕਸੌਟੀ 'ਚ ਤੋਲਣ ਦੀ। ਜਦ ਤੱਕ ਗੁਰਬਾਣੀ ਦੀ ਕਸੌਟੀ 'ਚ ਤੁਲਿਆ ਹੋਇਆ ਇਤਿਹਾਸ ਸਾਡੇ ਸਾਹਮਣੇ ਨਹੀਂ ਰੱਖਿਆ ਜਾਂਦਾ, ਤਦ ਤੱਕ ਸਿੱਖਾਂ ਨੂੰ ਉਹ ਸੁਣ ਤੇ ਜ਼ਰੂਰ ਲੈਣਾ ਚਾਹੀਦਾ, ਲੇਕਿਨ ਉਸ ਨੂੰ ਮੰਨਣ ਲਈ ਤਿਆਰ ਨਹੀਂ ਹੋਣਾ ਚਾਹੀਦਾ, ਜੋ ਮੈਂ ਸਮਝਦਾ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਦਿਨ ਤੇ ਉਸ ਤੋਂ ਪਹਿਲੀ ਰਾਤ ਵਿੱਚ ਕਲਿਆਣ ਦਾਸ ਦੀ ਧਰਮਸ਼ਾਲ ਨੂੰ ਛੱਡ ਕੇ ਭਾਈ ਨਾਨੂ ਜੀ ਦੇ ਘਰ ਵਿੱਚ ਇਹ ਮੀਟਿੰਗ ਹੋਈ, ਜਿਸ ਮੀਟਿੰਗ ਵਿੱਚ ਲਖੀ ਸ਼ਾਹ ਬੰਜਾਰਾ, ਉਹਨਾਂ ਦੇ ਵੱਡੇ ਪੁੱਤਰ ਭਾਈ ਨਿਗਾਹੀਆ, ਉਹਨਾਂ ਦੇ ਹੇਮ ਸਿੰਘ ਭਾਈ ਹੇਮ ਤੇ ਭਾਈ ਤਿੰਨ ਪੁੱਤਰ ਉਸ ਮੀਟਿੰਗ ਵਿੱਚ ਸ਼ਾਮਲ ਨੇ। ਭਾਈ ਨਾਨੂ ਜੀ ਹਨ, ਭਾਈ ਜੇਤਾ ਜੀ ਹਨ, ਭਾਈ ਗੁਰਬਖਸ਼ ਜੀ ਹਨ ਤੇ ਬਹੁਤ ਸਾਰੇ ਮੋਤਬਰ ਸਿੱਖ ਉਸ ਟਾਈਮ ਦੇ ਭਾਈ ਲਖੀ ਸ਼ਾਹ ਬੰਜਾਰਾ ਦੇ ਨਾਲ ਅਗਵਾਈ ਵਿੱਚ ਉੱਥੇ ਮੀਟਿੰਗ ਕਰ ਰਹੇ ਹਨ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਰੀਰ ਨੂੰ ਚੱਕਣ ਦਾ ਕਾਰਜ ਅਚਾਨਕ ਨਹੀਂ ਹੋਇਆ, ਨਾ ਹੀ ਅਚਾਨਕ ਗੱਡੇ ਆਏ। ਲਖੀ ਸ਼ਾਹ ਬੰਜਾਰਾ ਇੱਕ ਬਹੁਤ ਵੱਡਾ ਵਪਾਰੀ ਸੀ, ਠੇਕੇਦਾਰ ਸੀ, ਔਰ ਉਹਨਾਂ ਦਾ ਮਾਲ ਜਿਹੜਾ ਹੈ ਸਮਾਨ ਰਾਜਸਥਾਨ ਤੋਂ ਆਂਦਾ ਸੀ ਔਰ ਕਈ ਪਹਾੜੀ ਇਲਾਕਿਆਂ ਤੋਂ ਆਂਦਾ ਸੀ, ਕਿਉਂਕਿ ਲਖੀ ਸ਼ਾਹ ਬੰਜਾਰਾ ਕਈ ਜੰਗਲਾਂ ਦਾ ਮਾਲਕ ਸੀ ਤੇ ਉਸ ਟਾਈਮ ਜੰਗਲਾਂ ਤੋਂ ਲੱਕੜ ਉਹਨਾਂ ਦੇ ਟਾਂਡਿਆਂ ਵਿੱਚ ਆ ਕੇ ਜਮਨਾ ਦੇ ਕਿਨਾਰੇ ਰੁਕਿਆ ਸੀ। ਉਹ ਟਾਂਡਾ ਜਿਹੜਾ ਹੈ ਜਮਨਾ ਟੱਪ ਚੁੱਕਾ ਸੀ ਤੇ ਉਹ ਫਿਰ ਵਿਚਾਰ ਬਣਾਇਆ ਗਿਆ ਕਿ ਉਸ ਟਾਂਡੇ ਵਿੱਚ ਗੁਰੂ ਮਹਾਰਾਜ ਦੇ ਸਰੀਰ ਨੂੰ, ਕਿਉਂਕਿ ਜੋ ਕਾਜ਼ੀ ਨੇ ਹੁਕਮ ਦਿੱਤਾ ਸੀ ਕਿ ਗੁਰੂ ਸਤਿਗੁਰੂ ਜੀ ਦੇ ਸ਼ਹਾਦਤ ਤੋਂ ਬਾਅਦ 4 ਟੋਟੇ ਕਰਕੇ ਦਿੱਲੀ ਦੇ 4 ਦਰਵਾਜ਼ਿਆਂ 'ਚ ਟੰਗਿਆ ਜਾਏ, ਤੇ ਹੁਣ ਸਿੱਖ ਵਿਉਂਤਬੰਦੀ ਕਰ ਰਹੇ ਹਨ ਕਿ ਉਹਨਾਂ ਗੁਰਸਿੱਖਾਂ ਦੇ ਸਰੀਰ ਨੂੰ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਰੀਰ ਨੂੰ ਬੜੀ ਵਿਉਂਤਬੰਦੀ ਨਾਲ ਚੱਕ ਕੇ ਬਾ ਸਨਮਾਨ ਉਹਨਾਂ ਨੂੰ ਅਗਨ ਭੇਟ ਕੀਤਾ ਜਾਏ, ਅੰਗੀਠਾ ਤਿਆਰ ਕੀਤਾ ਜਾਏ। ਸਤਿਗੁਰੂ ਜੀ ਦੇ ਇਸ ਸਾਰੇ ਕਾਰਜ ਵਿੱਚ ਕੋਈ ਵੀ ਸਿੱਖ ਕਮਜ਼ੋਰ ਨਹੀਂ ਹੋਇਆ, ਕੋਈ ਸਿੱਖ ਡਰਿਆ ਨਹੀਂ, ਪੂਰਨ ਤੌਰ ਤੇ ਵਿਉਂਤਬੰਦੀ ਦੇ ਨਾਲ ਕਾਰਜ ਕੀਤਾ। ਅੱਜ ਬਿਨਾਂ ਵਿਉਂਤਬੰਦੀ ਦੇ ਅਸੀਂ ਕਾਰਜ ਕਰਦੇ ਹਾਂ, ਅੰਨ੍ਹੇਵਾਹ ਤੁਰੇ ਜਾਂਦੇ ਹਾਂ। ਮੈਂ ਆਪ ਜੀ ਨੂੰ ਇਤਿਹਾਸਕ ਪੱਖਾਂ ਵਿੱਚੋਂ ਇਸ ਸਰੋਤਾਂ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਕਾਫਲਾ ਇਸ ਤਰ੍ਹਾਂ ਨਹੀਂ ਤੁਰਦਾ ਸੀ ਜਿਸ ਤਰ੍ਹਾਂ ਅੱਜ ਇੱਕ ਬੰਦਾ ਕੋਈ ਪੋਚਾ ਮਾਰ ਰਿਹਾ ਨਾ ਗੁਰਦੁਆਰੇ 'ਚ ਥੜੇ ਤੇ, ਦੂਜਾ ਵੀ ਆ ਕੇ ਮਾਰਿਆ, ਭਾਂਡੇ ਧੋ ਰਿਹਾ, ਦੂਜਾ ਵੀ ਆ ਕੇ ਧੋ ਰਿਹਾ, ਜੇ ਕਿਸੇ ਨੇ ਚੰਦੋਆ ਚੜਾਤਾ ਉਹ ਦੂਜਾ ਵੀ ਲਿਆ ਕੇ, ਰੁਮਾਲੇ ਚੜਾ ਰਿਹਾ, ਦੂਜਾ ਵੀ ਲਿਆ ਕੇ ਚੜਾ ਰਿਹਾ। ਅਸੀਂ ਦੇਖਾ ਦੇਖੀ ਕੰਮ ਕਰੀ ਜਾ ਰਹੇ ਹਾਂ, ਲੇਕਿਨ ਸਿੱਖ ਸਤਿਗੁਰਾਂ ਦੇ ਸਮੇਂ, ਗੁਰਸਿੱਖਾਂ ਦੇ ਸਮੇਂ ਇੱਕ ਕੰਮ ਜਿਹੜਾ ਸਿੱਖ ਕਰਦਾ ਸੀ, ਦੂਸਰਾ ਕੰਮ ਉਹ ਦੇਖਦਾ ਸੀ ਸਿੱਖ ਇਹ ਨਹੀਂ ਹੋ ਰਿਹਾ, ਉਸ ਵਾਲੇ ਪਾਸੇ ਧਿਆਨ ਦਿੰਦਾ ਸੀ। ਕੌਮ ਦੀ ਚੜ੍ਹਦੀ ਕਲਾ, ਕੌਮ ਵਿੱਚ ਗੁਰਬਾਣੀ ਦੇ ਅਸਰ ਨੂੰ, ਗੁਰਬਾਣੀ ਦੀ ਵਿਚਾਰ ਨੂੰ ਵਸਾਉਣ ਵਾਸਤੇ ਪੂਰਨ ਤੌਰ ਤੇ ਵਿਉਂਤਬੰਦੀ ਨਾਲ ਕੰਮ ਕੀਤਾ ਜਾਂਦਾ ਸੀ। ਬਿਨਾਂ ਕਿਸੇ ਵਿਉਂਤਬੰਦੀ ਤੋਂ, ਬਿਨਾਂ ਕਿਸੇ ਵਿਚਾਰ ਤੋਂ, ਬਿਨਾਂ ਕਿਸੇ ਪਲੈਨਿੰਗ ਤੋਂ ਕੋਈ ਕੰਮ ਵੀ ਨਹੀਂ ਹੁੰਦਾ ਸੀ। ਇਹ ਗੁਰੂ ਨਾਨਕ ਸਤਿਗੁਰੂ ਦੇ ਟਾਈਮ ਤੋਂ ਚੱਲਿਆ ਆ ਰਿਹਾ ਸੀ। ਸੋ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਦੇ ਵੱਲ ਜ਼ਰੂਰ ਧਿਆਨ ਦਿਆ ਕਰਨਾ।
ਆਪਣੇ ਜੀਵਨ ਵਿੱਚ, ਕਿਉਂਕਿ ਜਿਸ ਦੇ ਜੀਵਨ ਵਿੱਚ ਜਿੰਨੇ ਸਵਾਸ ਨੇ ਉਹਨਾਂ ਨੂੰ ਖਰਚਣ ਦਾ ਮੈਨੇਜਮੈਂਟ ਨਹੀਂ ਕੀਤਾ, ਕਿਉਂਕਿ ਕੰਪਨੀਆਂ ਅੱਜ ਮੈਨੇਜਮੈਂਟ ਤੇ ਡਿਪੈਂਡ ਕਰਦੀਆਂ ਨੇ, ਅੱਜ ਕੰਟਰੀਆਂ ਮੈਨੇਜਮੈਂਟ ਤੇ ਡਿਪੈਂਡ ਕਰਦੀਆਂ ਨੇ। ਅੱਜ ਜਿੰਨੀਆਂ ਸੰਸਥਾਵਾਂ ਨੇ ਜਿਨ੍ਹਾਂ ਦੀ ਮੈਨੇਜਮੈਂਟ ਖੂਬਸੂਰਤ ਹੁੰਦੀ ਹੈ, ਉਹਨਾਂ ਦਾ ਮਾਲ ਵੀ ਭਾਵੇਂ ਕਮਜ਼ੋਰ ਹੋਵੇ ਤੇ ਉਹ ਮਾਲ ਵਿਕ ਜਾਂਦਾ ਹੈ। ਮੈਂ ਇਸ ਦਾ ਪ੍ਰਮਾਣ ਤੁਹਾਨੂੰ ਦੇਣਾ ਚਾਹਾਂਗਾ ਕਿ ਜਿਸ ਕਿਸੇ ਟਾਈਮ ਤੇ ਟ੍ਰਾਂਜਿਸਟਰ ਵੇਚਣ ਦਾ ਕੰਮ ਮੇਰੇ ਪਿਤਾ ਜੀ ਕਰਦੇ ਸਨ, ਉਸ ਟਾਈਮ ਟੈਲੀਫੰਕਨ ਦੇ ਨਾਮ ਦਾ ਇੱਕ ਬਹੁਤ ਖੂਬਸੂਰਤ ਟ੍ਰਾਂਜਿਸਟਰ ਆਂਦਾ ਸੀ। ਉਹ ਕੰਪਨੀ ਬਦਰਪੁਰ ਦੇ ਕੋਲ ਬੜੀ ਵੱਡੀ ਲੱਗੀ ਸੀ ਉਸ ਟਾਈਮ। ਉਹ ਕੰਪਨੀ ਦਾ ਟ੍ਰਾਂਜਿਸਟਰ ਨਹੀਂ ਵਿਕਿਆ। ਉਸ ਤੋਂ ਨੀਵੇਂ ਦਰਜੇ ਦਾ ਫਿਲਿਪਸ ਦਾ ਟ੍ਰਾਂਜਿਸਟਰ ਸੀ, ਉਹ ਜਿਹੜਾ ਹੈ ਪ੍ਰਚਾਰ ਔਰ ਵਿਉਂਤਬੰਦੀ ਦੇ ਕਾਰਨ, ਉਹਨਾਂ ਦੇ ਚੰਗੇ ਜਿਹੜੇ ਸੇਲਸਮੈਨਾਂ ਦੇ ਕਾਰਨ, ਮੈਨੇਜਰ ਦੇ ਕਾਰਨ ਮਾਰਫੀ ਔਰ ਫਿਲਿਪਸ ਦਾ ਟ੍ਰਾਂਜਿਸਟਰ ਪੂਰੇ ਭਾਰਤ ਵਿੱਚ ਜਿਹੜਾ ਹੈ ਅਸਥਾਨ ਬਣਾ ਗਿਆ। ਟੈਲੀਫੰਕਨ ਕੰਪਨੀ ਬਹੁਤ ਵੱਡੀ ਔਰ ਬਹੁਤ ਵਧੀਆ ਜਰਮਨ ਦੀ ਕੰਪਨੀ ਹੋਣ ਤੋਂ ਬਾਅਦ ਫੇਲ ਹੋ ਗਈ। ਇਸੇ ਤਰ੍ਹਾਂ ਸਾਡੀ ਵੀ ਹਾਲਾਤ ਨੇ ਕਿ ਸਾਡੇ ਪ੍ਰਚਾਰਕ ਬੜੇ ਖੂਬਸੂਰਤ ਨੇ, ਸਾਡੇ ਕੋਲ ਮਟੀਰੀਅਲ ਸੋਨਾ ਹੈ, ਲੋਕ ਮਿੱਟੀ ਨੂੰ ਸੋਨੇ ਦੇ ਭਾਅ ਵੇਚ ਰਹੇ ਨੇ, ਲੇਕਿਨ ਸਾਡੇ ਕੋਲ ਸਭ ਕੁਝ ਹੀਰੇ ਜਵਾਹਰਾਤ ਔਰ ਸੋਨਾ ਹੈ, ਅਸੀਂ ਉਸ ਨੂੰ ਮਿੱਟੀ ਦੇ ਭਾਅ ਵੀ ਲੋਕਾਂ ਨੂੰ ਨਹੀਂ ਪੇਸ਼ ਕਰ ਸਕਦੇ। ਇਸ ਦੇ ਵੱਲ ਧਿਆਨ ਦੇਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਹਾਹਾਕਾਰ ਤੇ ਸਾਰੇ ਸਮਾਜ, ਸਾਰੇ ਮੁਸਲਮਾਨ ਵੀਰਾਂ, ਹਿੰਦੂ ਵੀਰਾਂ ਜਿਹੜੇ ਗੁਰੂ ਘਰ ਨਾਲ ਜੁੜੇ ਸਨ। ਇਹ ਨਹੀਂ, ਸਾਨੂੰ ਇਹ ਵੀ ਸਮਝਣਾ ਪਏਗਾ ਕਿ ਮੁਸਲਮਾਨ ਸਾਡੇ ਤੇ ਜ਼ੁਲਮ ਕਰ ਰਹੇ ਸਨ। ਸਾਨੂੰ ਇਹ ਸਮਝਣਾ ਹੈ ਕਿ ਸਾਡੇ ਤੇ ਮੁਗਲ ਜ਼ੁਲਮ ਕਰ ਰਹੇ ਸਨ, ਉਸ ਟਾਈਮ ਦੇ ਵਕਤ ਦੇ ਰਾਜੇ ਜ਼ੁਲਮ ਕਰ ਰਹੇ ਸਨ। ਜੇ ਸੇਫ ਖਾਨ ਜਿਹੜਾ ਔਰੰਗਜ਼ੇਬ ਦਾ ਭਤੀਜਾ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬਹਾਦਰਗੜ੍ਹ ਅੱਜ ਕਿਲਾ ਮੌਜੂਦ ਹੈ ਪਟਿਆਲੇ ਔਰ ਰਾਜਪੁਰੇ ਦੇ ਵਿੱਚ, ਬਹਾਦਰਗੜ੍ਹ ਉਸ ਕਸਬੇ ਵਿੱਚ, ਜਿਸ ਨੂੰ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਵਸਾ ਦਿੱਤਾ ਗਿਆ, ਉਹਨਾਂ ਨੂੰ ਭੇਟ ਕਰ ਦਿੱਤਾ ਗਿਆ। ਉਹਨਾਂ ਲੋਕਾਂ ਦੀ ਜਿਹੜੀ ਹੈ ਸਮੂਲੀਅਤ ਸੀ ਗੁਰੂ ਨਾਨਕ ਦੇ ਘਰ ਦੇ ਨਾਲ। ਪੀਰ ਬੁੱਧੂ ਸ਼ਾਹ ਬਾਰੇ ਆਪ ਜੀ ਨੂੰ ਅਜੇ ਬਹੁਤ ਸਾਰੀਆਂ ਜਾਣਕਾਰੀਆਂ ਦੇਣੀਆਂ ਜ਼ਰੂਰੀ ਨੇ। ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਹੈ, ਜਿਨ੍ਹਾਂ ਨੂੰ ਅਸੀਂ ਸਿਰਫ ਭਗਾਣੀ ਦੇ ਯੁੱਧ ਤੱਕ ਹੀ ਦੇਖਿਆ ਹੈ, ਕਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਨਾਲ ਮਿਲਾ ਕੇ ਨਹੀਂ ਦੇਖਿਆ ਹੈ। ਕਦੀ ਉਹਨਾਂ ਤੱਥਾਂ ਨੂੰ ਖੋਜੀਏ, ਲੱਭੀਏ, ਉਹਨਾਂ ਨੂੰ ਸਾਹਮਣੇ ਲਿਆਈਏ, ਲੋਕਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਧਰਮ ਦੀ ਵਿਚਾਰਧਾਰਾ ਕਿਸੇ ਧਰਮ ਦੇ ਨਾਲ ਨਹੀਂ ਟਕਰਾ ਕਰਦੀ। ਸਿੱਖ ਧਰਮ ਦੀ ਵਿਚਾਰਧਾਰਾ, ਸਿੱਖ ਵਿਚਾਰਧਾਰਾ ਉਹਨਾਂ ਦੇ ਨਾਲ ਟਕਰਾ ਕਰਦੀ ਹੈ ਜਿਹੜੇ ਮਨੁੱਖਤਾ ਦਾ ਘਾਣ ਕਰਦੇ ਨੇ, ਕਰਮਕਾਂਡੀ ਨੇ, ਲੋਕਾਂ ਨੇ ਜਾਤਾਂ ਦੇ ਨਾਂ ਤੇ ਜ਼ੁਲਮ ਕਰ ਰਹੇ ਨੇ, ਜਿਹੜੇ ਧਰਮ ਦੇ ਨਾਂ ਤੇ ਜ਼ੁਲਮ ਕਰ ਰਹੇ ਨੇ, ਧਰਮ ਅਪਣਾ ਨਹੀਂ ਰਹੇ। ਉਹ ਸਾਰੇ ਸ਼ਰਾਬੀ ਹੀ ਹੁੰਦੇ ਸਨ ਜਿਹੜੇ ਧਰਮ ਦੇ ਨਾਂ ਤੇ ਜ਼ੁਲਮ ਕਰਦੇ ਸਨ, ਭਾਵੇਂ ਉਹ ਜਹਾਂਗੀਰ ਹੈ, ਭਾਵੇਂ ਉਹ ਮੁਗਲ ਬਾਦਸ਼ਾਹ ਹੈ, ਭਾਵੇਂ ਉਹ ਨਵਾਬ ਹੈ, ਭਾਵੇਂ ਉਹ ਸ਼ਾਹਜਹਾਨ ਹੈ। ਦਾਵਾ ਕਰਦੇ ਸਨ ਅਸੀਂ ਮੁਸਲਮਾਨ ਵਧਾ ਰਹੇ ਹਾਂ, ਕਿਉਂਕਿ ਮੁਸਲਮਾਨ ਵੀਰਾਂ ਨੂੰ ਭਰਮ ਵਿੱਚ ਪਾਉਂਦੇ ਸਨ, ਜਿਸ ਤਰ੍ਹਾਂ ਅੱਜ ਦੇ ਹਿੰਦੂ ਰਾਜੇ ਵੀ ਪਾ ਰਹੇ ਨੇ। ਉਸ ਟਾਈਮ ਦੇ ਹਿੰਦੂ ਰਾਜੇ ਵੀ ਪਾਉਂਦੇ ਸਨ। ਇਹ ਨਹੀਂ ਕਿ ਉਹ ਹਿੰਦੂ ਰਾਜੇ ਜਿਹੜੇ ਜ਼ੁਲਮੀ ਸਨ, ਉਹ ਹਿੰਦੂ ਜਨਤਾ ਤੇ ਜ਼ੁਲਮ ਨਹੀਂ ਕਰਦੇ ਸਨ, ਉਹ ਵੀ ਉਹਨਾਂ ਦੇ ਨਾਲ ਰਲ ਕੇ ਜ਼ੁਲਮ ਕਰਦੇ ਸਨ। ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਜਦ ਅਸੀਂ ਪੂਰੇ ਵਿਉਂਤਬੰਦੀ ਔਰ ਸਾਰੇ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਪਤਾ ਲੱਗੇਗਾ ਕਿ ਭਾਈ ਲੱਖੀ ਸ਼ਾਹ ਜੀ, ਲੱਖੀ ਸ਼ਾਹ ਵਣਜਾਰਾ ਜੀ, ਉਹਨਾਂ ਦੇ ਭਰਾ, ਉਹਨਾਂ ਦੇ ਵੱਡੇ ਪੁੱਤਰ ਭਾਈ ਨਿਗਾਹੀਆ ਜੀ, ਭਾਈ ਹੇਮ ਜੀ ਤੇ ਭਾਈ ਹਾੜੀ ਜੀ, ਇਹਨਾਂ ਸਾਰਿਆਂ ਨੇ, ਤੇ ਭਾਈ ਨਾਨੂ ਜੀ, ਭਾਈ ਜੇਤਾ ਜੀ, ਇਹਨਾਂ ਨੇ ਬੜੀ ਵਿਉਂਤਬੰਦੀ ਦੇ ਨਾਲ ਸਾਡੇ ਸਾਹਮਣੇ ਚੀਜ਼ਾਂ ਉਹ ਮਿਸਾਲਾਂ ਪੇਸ਼ ਕੀਤੀਆਂ, ਜਿਨ੍ਹਾਂ ਮਿਸਾਲਾਂ ਵਿੱਚੋਂ ਅਸੀਂ ਸਮਝ ਪਾਵਾਂਗੇ ਕਿ ਸ਼ਾਇਦ ਉਹਨਾਂ ਵੀਰਾਂ ਦੀ ਸੋਚ ਤੱਕ ਵੀ ਅਸੀਂ ਨਹੀਂ ਪਹੁੰਚ ਪਾਏ ਹਾਂ, ਨਾ ਹੀ ਉਹਨਾਂ ਦੀ ਜਿਹੜੀ ਦੇਣ ਨੂੰ ਪੂਰਨ ਤੌਰ ਤੇ ਅਸੀਂ ਸਮਝਾ ਪਾਏ ਹਾਂ, ਸਮਝ ਪਾਏ ਹਾਂ। ਔਰ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੇ 8 ਪੁੱਤਰਾਂ ਵਿੱਚੋਂ ਮੈਂ ਨਾਂ ਆਪ ਜੀ ਨੂੰ ਦੱਸ ਦਿਆਂ। ਭਾਈ ਨਿਗਾਹੀਆ, ਭਾਈ ਹੇਮਾ, ਭਾਈ ਹਾੜੀ ਔਰ ਭਾਈ ਧੀਰਾ, ਭਾਈ ਪੁੰਡੀਆ, ਭਾਈ ਬਖਸ਼ੀ, ਭਾਈ ਬਾਲਾ ਤੇ ਭਾਈ ਜਵਾਹਰ, ਤੇ ਉਹਨਾਂ ਦੀ ਬੇਟੀ ਬੀਬੀ ਸੀਤੋ ਜੀ। ਬੀਬੀ ਸੀਤੋ ਜੀ ਦਾ ਆਪ ਜੀ ਨੂੰ
ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਨੇ ਦੱਸ ਦਿੱਤਾ ਸੀ ਕਿ ਭਾਈ ਮਨੀ ਸਿੰਘ ਜੀ ਦੇ ਨਾਲ ਉਹਨਾਂ ਦਾ ਆਨੰਦ ਕਾਰਜ ਹੋਇਆ ਸੀ ਤੇ ਉਹਨਾਂ ਦੀ ਵੀ ਸ਼ਹਾਦਤ ਕਿਸ ਹਾਲਾਤ ਵਿੱਚ ਹੋਈ ਅੱਜ ਤੱਕ ਉਹਨੂੰ ਵੀ ਅਸੀਂ ਪੂਰਨ ਤੌਰ ਤੇ ਦੱਸ ਨਹੀਂ ਪਾਏ ਹਾਂ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ੀਸ਼ ਨੂੰ ਚੱਕ ਲਿੱਤਾ ਗਿਆ। ਭਾਈ ਜੇਤਾ ਜੀ ਨੇ ਸ਼ੀਸ਼ ਨੂੰ ਲੈ ਕੇ ਚਾਲੇ ਪਾਏ, ਖਿਮਾ ਕਰਨਾ। ਉਹਨਾਂ ਦੇ ਨਾਲ ਹੋਰ ਵੀ ਸਿੱਖ, ਭਾਈ ਗੁਰਬਖਸ਼, ਭਾਈ ਨਾਨੂ, ਕਿਉਂਕਿ ਬੜੇ ਵੱਡੇ ਧਾੜਵੀ ਸਨ ਉਸ ਟਾਈਮ। ਕਿਸੇ ਨੂੰ ਚਿੱਠੀ ਪਹੁੰਚਾਉਣ ਵਾਸਤੇ, ਕਿਸੇ ਨੂੰ ਮੈਸੇਜ ਪਹੁੰਚਾਉਣ ਵਾਸਤੇ ਧਾੜਵੀ ਲੋਕਾਂ ਦੀ ਦੌੜਾਕ ਲੋਕਾਂ ਦੀ ਲੋੜ ਹੁੰਦੀ ਸੀ ਕਿ ਘੋੜਿਆਂ ਤੇ ਜਾਂ ਤੇਜ਼ੀ ਨਾਲ ਦੌੜ ਕੇ ਉਹ ਰਾਜਿਆਂ ਦਾ ਮੈਸੇਜ ਪਹੁੰਚਾ ਕੇ। ਬੜੇ ਤਗੜੇ ਮਤਲਬ ਸਿੱਖ ਸਨ ਜਿਹੜੇ ਗੁਰੂ ਦੇ ਕਾਰਜ ਵਿੱਚ ਵਿਉਂਤਬੰਦੀ ਨਾਲ ਕੰਮ ਕਰਦੇ ਸਨ। ਤੇ ਇਹਨਾਂ ਨੇ 4 ਦਿਨਾਂ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਕੀਰਤਪੁਰ ਸਾਹਿਬ ਪਹੁੰਚਾਇਆ। ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਮਾਤਾ ਗੁਜਰ ਕੌਰ ਜੀ ਤੇ ਹੋਰ ਮੋਤਬਰ ਸਿੱਖ ਸ਼ਾਮਲ ਹੋਏ। ਸ਼ੀਸ਼ ਨੂੰ ਆਪਣੀ ਝੋਲੀ 'ਚ ਮਾਤਾ ਗੁਜਰ ਕੌਰ ਜੀ ਨੇ ਲਿਆ ਤੇ ਜਿਹੜੇ ਲਫ਼ਜ਼ ਬੋਲੇ, ਅੱਜ ਮੇਰੀਆਂ ਭੈਣਾਂ ਨੂੰ ਉਹਨਾਂ ਲਫ਼ਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਸਤਿਗੁਰੂ ਜੀ ਤੁਸੀਂ ਆਪਣੀ ਨਿਭਾ ਚਲੇ ਹੋ, ਹੁਣ ਮੇਰੀ ਵਾਰੀ ਹੈ। ਇਸ ਤੋਂ ਜਾਣੂ ਸਨ ਮਾਤਾ ਗੁਜਰ ਕੌਰ ਜੀ ਕਿ ਵਾਰੀ ਆ ਰਹੀ ਹੈ। ਸਾਨੂੰ ਇਹ ਜਾਣੂ ਹੋਣਾ ਚਾਹੀਦਾ ਕਿ ਸਾਡੀ ਵੀ ਮੌਤ ਆ ਰਹੀ ਹੈ ਔਰ ਅਸੀਂ ਇਸ ਸੰਸਾਰ ਤੋਂ ਚਲੇ ਜਾਣਾ ਹੈ। ਕਿ ਅਸੀਂ ਗੁਰੂ ਦੇ ਕਾਰਜ ਵਿੱਚ ਕਿਧਰੇ ਵੀ ਕੋਈ ਸਹਿਯੋਗ ਪਾ ਸਕੇ ਹਾਂ, ਕੋਈ ਕਾਰਜ ਕਰ ਸਕੇ ਹਾਂ, ਜਿੰਨਾ ਸਹਿਯੋਗ ਪਾ ਸਕਦੇ ਹਾਂ ਅਸੀਂ ਆਪਣਾ ਸਹਿਯੋਗ ਪਾਈਏ। ਮਾਤਾ ਗੁਜਰ ਕੌਰ ਜੀ ਦੇ ਇਹ ਵਚਨ ਅੱਜ ਵੀ ਹਿਰਦੇ ਵਿੱਚ ਤੀਰ ਦੇ ਵਕਣ ਸਾਡੇ ਚੁਭਣੇ ਚਾਹੀਦੇ। ਸਾਨੂੰ ਦੇਖਣੇ ਚਾਹੀਦੇ ਉਹ ਆਵਾਜ਼, ਉਹ ਬੁਲੰਦ ਆਵਾਜ਼, ਜਿਸ ਬੁਲੰਦ ਆਵਾਜ਼ ਨੇ ਬਾਲ ਗੋਬਿੰਦ ਰਾਏ ਜੀ, ਗੁਰੂ ਗੋਬਿੰਦ ਰਾਏ ਸਿੰਘ ਜੀ ਦੇ ਜਜ਼ਬੇ ਨੂੰ ਸੰਸਾਰ ਦੇ ਸਾਹਮਣੇ ਤਿਆਰ ਕੀਤਾ। ਸੋ ਧੜ ਨੂੰ ਹੁਣ ਗੁਰਸਿੱਖਾਂ ਨੇ ਗੱਡੇ ਵਿੱਚ ਬੜੀ ਵਿਉਂਤਬੰਦੀ ਨਾਲ ਪਾਇਆ ਔਰ ਜਿਹੜੀ ਜਗ੍ਹਾ ਰਕਾਬਗੰਜ ਹੈ ਉਹ ਲੱਖੀ ਸ਼ਾਹ ਬੰਜਾਰੇ ਦੀ ਸਾਰੀ ਜਗ੍ਹਾ ਸੀ। ਕਿਉਂਕਿ ਲੱਖੀ ਸ਼ਾਹ ਬੰਜਾਰਾ ਵਪਾਰੀ ਸੀ, ਰਕਾਬਾਂ ਬਣਾ ਕੇ ਵੇਚਦਾ ਸੀ, ਉਹਨਾਂ ਦੇ ਹੋਰ ਸ਼ਸਤਰ ਬਣਾ ਕੇ ਵੇਚਦਾ ਸੀ, ਘੋੜਿਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਉਸ ਟਾਈਮ ਲਗਾਮਾਂ ਹੁੰਦੀਆਂ ਸਨ, ਉਹ ਬਣਦੀਆਂ ਸਨ। ਉਹ ਜਗ੍ਹਾ ਮਤਲਬ ਇਤਿਹਾਸਕ ਵਰਣਨ ਦੇ ਹਿਸਾਬ ਨਾਲ, ਸਰੋਤਾਂ ਦੇ ਹਿਸਾਬ ਨਾਲ ਉਸ ਕਿਸਮ ਦੀ ਇੱਕ ਫੈਕਟਰੀ ਸੀ। ਤੇ ਫਿਰ ਵੀ ਇਸ ਤੇ ਖੋਜ ਕੀਤੀ ਜਾ ਸਕਦੀ ਹੈ। ਤੇ ਰਕਾਬਗੰਜ ਨਾਂ ਉਹਦਾ ਇਸ ਕਰਕੇ ਰੱਖਿਆ ਗਿਆ ਸੀ ਕਿ ਉਹ ਸਾਰਾ ਇਲਾਕਾ ਜਿਹੜਾ ਹੈ ਉਹ ਉੱਥੇ ਫੈਕਟਰੀ ਦਾ ਕੰਮ ਚੱਲਦਾ ਸੀ ਲੱਖੀ ਸ਼ਾਹ ਬੰਜਾਰੇ ਦਾ। ਕਿਉਂਕਿ ਲੱਖੀ ਸ਼ਾਹ ਬੰਜਾਰੇ ਦਾ ਸਾਰਾ ਇਲਾਕਾ, ਰਾਏਸੀਨਾ, ਬਾਰਾ ਖੰਬਾ, ਇਹ ਸਾਰਾ ਲੱਖੀ ਸ਼ਾਹ ਬੰਜਾਰੇ ਦੇ ਨਾਂ ਤੇ ਹੈ। ਲੱਖੀ ਸ਼ਾਹ ਬੰਜਾਰੇ ਦੇ ਨਾਂ ਤੇ ਨਾਹਨ ਤੋਂ ਲੈ ਕੇ ਤਕਰੀਬਨ ਕਾਲਾ ਅੰਬ ਤੱਕ ਸਾਰੇ ਜੰਗਲ ਉਸ ਦੇ ਨਾਂ ਤੇ ਬੋਲਦੇ ਹਨ। ਅੱਜ ਵੀ ਉਹ ਡਾਕੂਮੈਂਟ ਜਿਹੜੇ ਨੇ ਮੁਗਲ ਟਾਈਮ ਦੇ ਉਹ ਬੋਲਦੇ ਹਨ। ਸੋ ਲੱਖੀ ਸ਼ਾਹ ਬੰਜਾਰਾ ਜੀ ਦਾ ਇੱਕ ਸਿੰਪਲ ਜਿਹਾ ਰੋਲ ਨਹੀਂ ਹੈ ਕਿ ਕਿਸੇ ਝੋਪੜੀ ਵਿੱਚ ਜਾਂ ਕਿਸੇ ਮਕਾਨ ਵਿੱਚ ਉਹਨਾਂ ਨੇ ਸਰੀਰ ਨੂੰ ਰੱਖ ਕੇ ਅਗਨ ਭੇਟ ਕੀਤਾ। ਉਹਨਾਂ ਨੇ ਆਪਣੀ ਇੱਕ ਪੂਰੀ ਵਪਾਰ ਦੇ ਕੇਂਦਰ ਨੂੰ ਅੱਗ ਲਾ ਦਿੱਤੀ। ਉਹਨਾਂ ਇਹ ਸਮਝਿਆ ਕਿ ਮੈਂ ਇਸ ਵਪਾਰ ਨੂੰ, ਇਸ ਧਨ ਨੂੰ ਕੀ ਕਰਾਂਗਾ ਜੇ ਮੇਰਾ ਗੁਰੂ ਹੀ ਨਹੀਂ, ਮੇਰੇ ਗੁਰੂ ਦੀ ਵਿਚਾਰਧਾਰਾ ਨਹੀਂ, ਇਸ ਵਿਚਾਰਧਾਰਾ ਨੂੰ ਸੰਸਾਰ ਨੂੰ ਫਾਇਦਾ ਨਹੀਂ ਹੈ। ਤੇ ਜ਼ਾਲਮ ਲੋਕ ਸੱਚ ਦੀ ਵਿਚਾਰਧਾਰਾ ਨੂੰ, ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਾਰੇ ਸੱਤੇ ਦੇ ਬਲਵੰਡੇ ਜੀ ਨੇ ਕਿਹਾ ਕਿ ਇਹ ਜਿਹੜਾ ਸਤਿਗੁਰ ਨੇ ਸਾਨੂੰ ਸੰਦੇਸ਼ਾ ਦਿੱਤਾ ਹੈ ਕਿ ਨਾਨਕ ਰਾਜ ਚਲਾਇਆ, ਇਸ ਸੰਦੇਸ਼ੇ ਨੂੰ ਕੀ ਅਸੀਂ ਸਮਝ ਪਾਏ ਹਾਂ? ਕਿ ਅਸੀਂ ਇਸ ਸੰਦੇਸ਼ੇ ਦੇ ਕਾਰਨ ਜੋ ਸ਼ਹਾਦਤ ਹੋਈ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਔਰ ਲੱਖੀ ਸ਼ਾਹ ਬੰਜਾਰਾ ਜੀ ਨੇ, ਇਹ ਜੇ ਅਸੀਂ ਮੰਨਿਆ ਜਾਏ ਤੇ ਜਿੰਦਾ ਸ਼ਹੀਦ ਹਨ। ਔਰ ਜਿੰਦਾ ਸ਼ਹੀਦ ਇਹ ਗੱਲ ਗੁਰੂ ਨਾਨਕ ਸਾਹਿਬ ਜੀ ਦੀ ਨੂੰ ਮੰਨ ਰਹੇ ਹਨ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਵ ਦੇ, ਨੀਂਵ ਐਸੀ ਮਜ਼ਬੂਤ ਰੱਖੀ ਉਸ ਸੱਚ ਵਾਸਤੇ
उस अडोलता वास्ते अपना सब कुछ निछावर किया। लखी शाह बंजारा जी ने, मक्खन शाह लुबाणा जी ने, भाई लखन शाह लुबाणा जी ने, सिकलीगर सरदारां दे सब तो ज्यादा मार जिहड़ी है ना वो सिकलीगर सरदारां नूं पई जद गुरु तेग बहादुर पातशाह दे टाइम ਉਹਨਾਂ ਨੇ ਸਾਰੀਆਂ ਜੰਗਾਂ ਵਿੱਚ ਬੜੀ ਹੀ ਤਨਦੇਹੀ ਨਾਲ ਆਪਣਾ ਹਿੱਸਾ ਪਾਇਆ। ਇਹਨਾਂ ਚੀਜ਼ਾਂ ਨੂੰ ਅਸੀਂ ਫਿਰ ਕਿਸੇ ਟਾਈਮ ਵਿਚਾਰ ਲਵਾਂਗੇ ਔਰ ਵਿਚਾਰ ਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਟਾਈਮ ਜਿਨ੍ਹਾਂ ਸਿੱਖਾਂ ਦਾ ਇਤਨਾ ਵੱਡਾ ਰੋਲ ਸੀ, ਅੱਜ ਕਿਉਂ ਉਹ ਸਾਡੇ ਤੋਂ ਦੂਰ ਹੋਏ, ਇਹਦੇ ਕੀ ਕਾਰਨ ਹਨ। ਇਹਨਾਂ ਕਾਰਨਾਂ ਨੂੰ ਸਾਨੂੰ ਵਿਚਾਰਨਾ ਪਏਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇਸ ਲਾਸ਼ਾਨੀ ਸ਼ਹਾਦਤ ਨੂੰ ਸਮਝਣ ਵਾਸਤੇ ਉਹਨਾਂ ਦੀ ਬਾਣੀ ਤੇ ਉਹਨਾਂ ਦੇ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਸਤਿਗੁਰੂ ਜੀ ਨੇ ਦਿੱਤੀ ਸੀ, ਉਹਨਾਂ ਦੇ ਉੱਪਰ ਵੀ ਕਿਸੇ ਟਾਈਮ ਅਸੀਂ ਵਿਚਾਰਾਂਗੇ, ਕਿਉਂਕਿ ਸਿਧਾਂਤ ਹੀ ਕੰਮ ਕਰਦੇ ਨੇ, ਕਦੀ ਕੋਈ ਮਰਿਆਦਾ ਨਹੀਂ ਕੰਮ ਕਰਦਾ। ਮਰਿਆਦਾ ਤੇ ਸਿਰਫ ਇੱਕ ਸੰਸਥਾ ਨੂੰ ਚਲਾਉਣ ਵਾਸਤੇ ਹੁੰਦੀ ਹੈ, ਉਹਦੀ ਵਰਦੀ, ਉਹਦਾ ਕਿਲਾ, ਉਹਦੀਆਂ ਚਾਰ ਦੀਵਾਰੀਆਂ ਜਾਂ ਉਹਦੇ ਚ ਇੱਕ ਸਿਸਟਮ, ਇਹ ਮਰਿਆਦਾ ਚਲਾਉਣ। ਲੇਕਿਨ ਉਹਦੇ ਜਿਹੜਾ ਕੰਮ ਸਿਧਾਂਤ ਕਰ ਰਿਹਾ ਹੁੰਦਾ, ਸਿਧਾਂਤ ਦਾ ਮੇਨ ਕਾਰਜ ਹੁੰਦਾ ਹੈ। ਜਿਹੜਾ ਕਿਲੇ ਵਿੱਚ ਰਹਿੰਦਾ ਹੈ ਉਹ ਕਿਲੇ ਵਿੱਚ ਸਿਧਾਂਤ ਰਹਿੰਦਾ ਹੈ ਔਰ ਉਸ ਸਿਧਾਂਤ ਨੂੰ ਮਨ ਜੀਂਦਾ ਹੈ, ਔਰ ਜਿਹੜਾ ਮਨ ਇਸ ਚੀਜ਼ ਨੂੰ ਜੀਂਦਾ ਹੈ ਉਹ ਇਹਨਾਂ ਸ਼ਹਾਦਤਾਂ ਨੂੰ ਸਮਝ ਕੇ ਆਪਣੇ ਜੀਵਨ ਨੂੰ ਸਤਿਗੁਰੂ ਨੂੰ ਭੇਟ ਕਰ ਦਿੰਦਾ ਹੈ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਪ੍ਰਚਾਰਿਆ ਗਿਆ ਕਿ ਸਾਰੇ ਡਰ ਗਏ ਜੀ, ਸਿੱਖ ਭੱਜ ਗਏ ਜੀ, ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਕਿਹਾ ਕਿ ਮੈਂ ਐਸਾ ਸਿੱਖ ਤਿਆਰ ਕਰਾਂਗਾ ਜਿਹੜਾ ਲੱਖਾਂ ਵਿੱਚ ਪਛਾਣਿਆ ਜਾਏਗਾ। ਐਸਾ ਨਹੀਂ ਹੈ, ਇਹ ਗਲਤ ਪ੍ਰਚਾਰ ਹੈ। ਇਤਿਹਾਸਕ ਸਰੋਤਾਂ ਤੋਂ, ਅਖਬਾਰੇ ਦਰਬਾਰੇ ਮੌਲਾ ਤੋਂ ਤੇ ਹੋਰ ਲਿਖਤਾਂ ਤੋਂ, ਮੁਸਲਮਾਨ ਲਿਖਾਰੀਆਂ ਦੇ ਲਿਖਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਅਜੇ ਤੱਕ ਮੇਰੇ ਸਾਹਮਣੇ ਤੇ 3 ਅਟੈਕ ਦੀ ਗੱਲ ਔਰੰਗਜ਼ੇਬ ਤੇ ਸਾਹਮਣੇ ਆਂਦੀ ਹੈ, ਜਿਹੜੀ ਨਵੰਬਰ ਤੋਂ ਬਾਅਦ ਸਤਿਗੁਰ ਦੀ ਸ਼ਹਾਦਤ ਤੋਂ ਬਾਅਦ 1667 ਵਿੱਚ ਪਹਿਲਾ ਅਟੈਕ ਔਰੰਗਜ਼ੇਬ ਤੇ ਉੱਪਰ ਹੁੰਦਾ ਹੈ। ਉਹ ਅਟੈਕ ਜਿਹੜਾ ਹੈ ਉਹ ਜਦ ਔਰੰਗਜ਼ੇਬ ਹਾਥੀ ਦੇ ਉੱਪਰ ਚੜ ਕੇ ਚਾਂਦਨੀ ਚੌਕ ਵਿੱਚ ਆਪਣਾ ਲਸ਼ਕਰ ਲੈ ਕੇ ਜਾ ਰਿਹਾ ਸੀ, ਇੱਕ ਮੋਟਾ ਸੋਟਾ ਸਿੱਖ ਜਿਹੜਾ ਹੈ ਉਹ ਵਗਾ ਕੇ ਮਾਰਦਾ ਹੈ। ਜੇ ਉਹ ਛਤਰੀ ਤੇ ਨਾ ਲੱਗਦਾ, ਉਹਦੇ ਸਿਰ ਨੂੰ ਲੱਗਦਾ ਤੇ ਹੋ ਸਕਦਾ ਉਹਦੀ ਮੌਤ ਹੋ ਜਾਂਦੀ। ਉਹ ਇੰਨਾ ਤਗੜਾ ਔਰ ਇੰਨਾ ਵਜ਼ਨਦਾਰ ਔਰ ਇਤਨੇ ਜ਼ੋਰ ਦਾ ਉਹ ਸੱਟਿਆ ਹੋਇਆ ਸੋਟਾ ਸੀ, ਮੋਟਾ, ਜਿਸ ਤਰ੍ਹਾਂ ਉਹਦੀ ਮੁੱਠ ਇਸ ਤਰ੍ਹਾਂ ਹੋਵੇ ਜਿਸ ਤਰ੍ਹਾਂ ਗਧੇ ਵਰਗੀ ਸੀ। ਉਹ ਜਾ ਕੇ ਉਹਨੂੰ ਵੱਜਦੀ ਤੇ ਸ਼ਾਇਦ ਮੌਤ ਹੁੰਦੀ। ਸਿਪਾਹੀਆਂ ਨੇ ਗ੍ਰਿਫਤਾਰ ਕੀਤਾ ਤੇ ਉਹ ਸਿੰਘ ਵੀ ਸ਼ਹੀਦ ਕੀਤਾ ਗਿਆ। ਦੂਸਰੀ ਅਟੈਕ ਜਿਹੜਾ ਹੈ ਔਰੰਗਜ਼ੇਬ ਦੇ, ਜਦ ਉਹ ਨਮਾਜ਼ ਪੜ੍ਹ ਕੇ ਜਾਮਾ ਮਸਜਿਦ ਤੋਂ ਬਾਹਰ ਆ ਰਿਹਾ ਸੀ ਤੇ ਜਦ ਉਹ ਘੋੜੇ ਤੇ ਚੜਨ ਲੱਗਾ, ਉਸ ਟਾਈਮ ਕਿਰਪਾਨ ਦੇ ਨਾਲ ਸਿੱਖ ਨੇ ਉਸ ਤੇ ਅਟੈਕ ਕੀਤਾ। ਉਹਦੇ ਵਾਰ ਜਿਹੜਾ ਹੈ ਉਹ ਕਿਉਂਕਿ ਫੁਰਤੀਲਾ ਹੈ ਹੀ ਸੀ ਔਰੰਗਜ਼ੇਬ, ਉਹ ਵਾਰ ਆਪਣਾ ਘਾਟ ਕਰ ਜਾਂਦਾ ਹੈ, ਛਾਲ ਮਾਰ ਕੇ ਘੋੜੇ ਦੇ ਦੂਸਰੇ ਪਾਸੇ ਚਲਾ ਜਾਂਦਾ ਹੈ। ਸਿਪਾਹੀ ਉਹਨੂੰ ਅਰੈਸਟ ਕਰਦੇ ਹਨ, ਉਸਨੂੰ ਵੀ ਸ਼ਹੀਦ ਕੀਤਾ ਗਿਆ, ਉਸ ਸਿੰਘ ਨੂੰ। ਤੀਜਾ ਅਟੈਕ ਜਮਨਾ ਦੇ ਵਿੱਚ ਜਦੋਂ ਬੇੜੀ ਦੇ, ਕਿਉਂਕਿ ਜਮਨਾ ਜਿਹੜੀ ਸੀ ਲਾਲ ਕਿਲੇ ਦੇ ਨਾਲ ਵਗਦੀ ਸੀ, ਉਹ ਐਸ਼ਗਾਹ ਤਕਰੀਬਨ ਜਮਨਾ ਦੇ ਵਿੱਚ ਬੇੜੀਆਂ ਦੇ ਉੱਪਰ ਰਾਜੇ ਔਰ ਸਾਰੇ ਸੈਰ ਕਰਦੇ ਸਨ, ਸੈਰ ਕਰ ਰਿਹਾ ਸੀ। ਕਈ ਦਿਨਾਂ ਤੋਂ ਇੱਕ ਸਿੱਖ ਨਦੀ ਵਿੱਚ ਉਡੀਕ ਵਿੱਚ ਸੀ ਔਰ ਪਾਣੀ ਵਿੱਚ ਨਲੀ ਜੀ ਲੈ ਕੇ ਛੁਪਿਆ ਰਹਿੰਦਾ ਸੀ ਕਿ ਜਦ ਉਹ ਆਏਗਾ ਮੈਂ ਬੇੜੀ ਤੇ ਉੱਪਰ ਅਟੈਕ ਕਰਾਂਗਾ। ਔਰ ਸਾਹ ਲੈਣ ਵਾਸਤੇ ਸਿਪਾਹੀ ਨਾ ਦੇਖਣ, ਉਹ ਡੰਡੀ ਜੀ ਬਾਹਰ ਕੱਢ ਕੇ ਸਾਹ ਲੈਂਦਾ ਸੀ। ਜਦ ਉਹ ਇੱਕ ਦਿਨ ਆ ਹੀ ਗਿਆ, ਉਸਨੇ ਬੇੜੀ ਤੇ ਝਪਟਾ ਮਾਰਿਆ, ਔਰੰਗਜ਼ੇਬ ਦੀ ਗਿਰਾਬਾਨ ਨੂੰ ਫੜਨਾ ਚਾਹਿਆ ਤੇ ਆਲੇ ਦੁਆਲੇ ਦੀ ਬੇੜੀਆਂ ਸਿਪਾਹੀ ਜਿਹੜੇ ਸਨ ਉਹਨਾਂ ਨੇ ਘੇਰਾ ਪਾ ਕੇ ਉਸ ਸਿੰਘ ਨੂੰ ਫੜ ਲਿਆ। ਨਹੀਂ ਤੇ ਉਸ ਸਿੰਘ ਜਿਹੜਾ ਹੈ ਉਸ ਨੂੰ ਡੁਬੋ ਕੇ ਜਿਹੜਾ ਹੈ ਨਦੀ ਜਮਨਾ ਵਿੱਚ ਹੀ ਮਾਰ ਦਿੰਦਾ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਮੈਂ ਆਪ ਸਾਰਿਆਂ ਦੇ ਸਾਹਮਣੇ ਜਿਤਨਾ ਕੁ ਪੱਖ ਰੱਖ ਸਕਿਆ ਇਹ ਰੱਖਿਆ ਹੈ। ਤੇ ਇਹ ਸਮਝਣਾ ਚਾਹੀਦਾ ਕਿ ਸਿੱਖ ਡਰੇ ਨਹੀਂ ਸਨ, ਉਹਨਾਂ ਨੇ ਗੁਰੂ ਦੇ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਤਕਰੀਬਨ 5 ਅਟੈਕ ਔਰੰਗਜ਼ੇਬ ਦੇ ਉੱਪਰ ਕੀਤੇ ਸਨ।
ਤੇ ਇਸ ਦੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ। ਸੋ ਬਾਣੀ ਦੇ ਇਤਿਹਾਸ ਦੇ ਪੱਖ ਪੇਸ਼ ਕਰਦੇ ਕੋਈ ਭੁੱਲ ਹੋਵੇ ਖਿਮਾ ਦਾ ਜਾਚਕ ਹਾਂ। ਆਪ ਸਾਰੇ ਅਤੀ ਧੰਨਵਾਦੀ ਹੋ ਕਿ ਬੜੀ ਹੀ ਤਨਦੇਹੀ ਨਾਲ ਵਿਚਾਰਨ ਨੂੰ ਸਰਵਣ ਕੀਤਾ ਹੈ। ਸੋ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।